ਕਾਂਚੀ ਟੀਵੀ ਦੇਖਣ ਵਾਲੇ ਜਿੰਨੇ ਵੀ ਮੇਰੇ ਦਰਸ਼ਕ ਸਾਰਿਆਂ ਨੂੰ ਟੋਨੀ ਬੰਗੜ ਵੱਲੋਂ ਪਿਆਰ ਭਰੀ ਜੈ ਗੁਰਦੇਵ, ਧੰਨ ਗੁਰਦੇਵ, ਜੈ ਭੀਮ, ਜੈ ਭਾਰਤ। ਜਿਵੇਂ ਦੋਸਤੋ ਤੁਹਾਨੂੰ ਸਾਰਿਆਂ ਨੂੰ ਵੀ ਪਤਾ ਕਿ ਮੈਂ ਅੱਜ ਕੱਲ੍ਹ ਇੰਡੀਆ ਦੇ ਦੌਰੇ ਦੇ ਉੱਤੇ ਹਾਂ ਔਰ ਮੇਰੇ ਕਈ ਦਿਮਾਗ ਦੇ ਵਿੱਚ ਜਦੋਂ ਮੈਂ ਯੂਕੇ 'ਚ ਸੀ ਕਈ ਸਵਾਲ ਹੁੰਦੇ ਸੀਗੇ, ਕਿਉਂਕਿ ਆਪਾਂ ਨਿਊਜ਼ ਦੇਖਦੇ ਹਾਂ, ਅੱਜ ਕੱਲ੍ਹ ਨਿਊਜ਼ ਚੱਲਦੀਆਂ ਨੇ, ਸੰਵਿਧਾਨ ਦੀਆਂ ਕਾਫੀ ਖਬਰਾਂ ਸਾਨੂੰ ਨਿਊਜ਼ ਦੇ ਵਿੱਚ ਸੁਣਨ ਨੂੰ ਮਿਲਦੀਆਂ ਨੇ ਔਰ ਕਈ ਸਵਾਲ ਜਿਹੜੇ ਸਾਡੇ ਦਰਸ਼ਕਾਂ ਦੇ ਉੱਥੇ ਬੈਠੇ ਵੀ ਦਿਮਾਗ ਦੇ ਵਿੱਚ ਆਉਂਦੇ ਨੇ, ਮੇਰੇ ਆਪਣੇ ਵੀ ਦਿਮਾਗ 'ਚ ਚੱਲ ਰਹੇ ਸੀ। ਤਾਂ ਕਿ ਮੈਂ ਚਾਹੁੰਦਾ ਸੀਗਾ ਕਿ ਇਹਨਾਂ ਜਿਹੜੇ ਸਵਾਲਾਂ ਨੂੰ ਕਿਸੇ ਨਾਲ ਬੈਠ ਕੇ ਬੜੀ ਡਿਟੇਲ ਦੇ ਨਾਲ ਡਿਸਕਸ ਕਰ ਸਕਾਂ, ਤਾਂ ਕਿ ਤੁਹਾਨੂੰ ਵੀ ਇਹਨਾਂ ਬਾਰੇ ਜਾਣਕਾਰੀ ਮਿਲ ਸਕੇ ਔਰ ਆਪਾਂ ਨੂੰ ਉੱਥੇ ਘੱਟੋ ਘੱਟ ਇਹ ਪਤਾ ਲੱਗ ਸਕੇ, ਕਿਉਂਕਿ ਸੰਵਿਧਾਨ ਜਿਹੜਾ ਸਾਡਾ ਆ ਡਾਕਟਰ ਬਾਬਾ ਸਾਹਿਬ ਅੰਬੇਦਕਰ ਜੀ ਨੇ ਲਿਖਿਆ, ਉਹਦੇ ਬਾਰੇ ਆਪਾਂ ਨੂੰ ਪਤਾ ਲੱਗ ਸਕੇ ਵੀ ਉਹ ਕਿੰਨਾ ਕੁ ਅਮਲ ਵਿੱਚ ਲਿਆਂਦਾ ਜਾਂਦਾ ਹੈ ਔਰ ਕਿਹੜੀਆਂ ਗੱਲਾਂ ਜਿਹੜੀਆਂ ਹੈਗੀਆਂ ਉਹਦੇ ਜਿੱਦਾਂ ਪਿੱਛੇ ਜੇ ਕੁਛ ਇੱਦਾਂ ਦੇ ਮਸਲੇ ਖੜੇ ਹੋਏ ਸੀਗੇ, ਉਹਨਾਂ ਦੇ ਨਾਲ ਸਾਰੀ ਜਿਹੜੀ ਹੈ ਡਿਸਕਸ਼ਨ ਕਰਨ ਲਈ ਮੇਰੇ ਨਾਲ ਅੱਜ ਸਾਡੇ ਸਟੂਡੀਓ ਦੇ ਵਿੱਚ ਕੁਛ ਸਾਡੇ ਸਮਾਜ ਦੇ ਬਹੁਤ ਹੀ ਮੰਨੇ ਪ੍ਰਮੰਨੀਆਂ ਹਸਤੀਆਂ ਜਿਨ੍ਹਾਂ ਨੇ ਸਮਾਜ ਵਾਸਤੇ ਕਾਫੀ ਮਿਹਨਤ ਮੁਸ਼ੱਕਤ ਕੀਤੀ ਹੈ ਔਰ ਹੁਣ ਵੀ ਆਪਣੀ ਜਿਹੜੀ ਆ ਆਪਣੇ ਬਾਕੀ ਦੇ ਕੰਮਾਂ ਕਾਰਾਂ 'ਚੋਂ ਟਾਈਮ ਕੱਢ ਕੇ ਆਪਣੇ ਸਮਾਜ ਵਾਸਤੇ ਇੰਨੀ ਜ਼ਿਆਦਾ ਮਿਹਨਤ ਕਰਦੇ ਨੇ। ਉਹਨਾਂ ਵਿੱਚ ਕੁਝ ਖਾਸ ਸ਼ਖਸੀਅਤ ਜਿਹੜੀਆਂ ਉਹ ਮੇਰੇ ਨਾਲ ਬੈਠੇ ਹੋਏ ਨੇ। ਰਮੇਸ਼ ਚੰਦਰ ਜੀ ਰਿਟਾਇਰਡ IFS ਆਫਿਸਰ ਨੇ, ਜਿਹੜੇ ਕਿ ਇੰਡੀਅਨ ਕੌਂਸਲੈਂਟ ਵੀ ਰਹੇ ਨੇ ਗਲਾਸਗੋ, ਐਡਨਬਰਾ ਯਾਨੀ ਕਿ ਸਕਾਟਲੈਂਡ ਵਿੱਚ 2007 ਤੋਂ ਲੈ ਕੇ 2009 ਵਿੱਚ। ਰਮੇਸ਼ ਚੰਦਰ ਜੀ, ਸਭ ਤੋਂ ਪਹਿਲਾਂ ਤੁਹਾਡਾ ਕਾਂਚੀ ਟੀਵੀ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ। ਜੈ ਗੁਰਦੇਵ ਤੁਹਾਨੂੰ। ਅਤੇ ਇਹਨਾਂ ਦੇ ਨਾਲ ਬੈਠੇ ਨੇ ਮਨੋਹਰ ਲਾਲ ਮਹੇਸ਼ ਜੀ, ਜਿਹੜੇ ਕਿ ਰਿਟਾਇਰਡ ਸੀਨੀਅਰ ਬੈਂਕ ਆਫਿਸਰ ਵੀ ਸੀ ਔਰ ਇਹਨਾਂ ਨੇ ਆਪਣਾ ਇੱਕ ਸੁਸਾਇਟੀ, ਇੱਕ ਵਿਜੀਲੈਂਟ ਬ੍ਰਦਰਹੁੱਡ ਇੱਕ ਬਣਾਈ ਹੈ, ਜਿਨ੍ਹਾਂ ਦੇ ਨਾਲ ਕਿ ਸੋਸ਼ਲ ਅਵੇਅਰਨੈਸ ਦਾ ਕੰਮ ਵੀ ਕਰਦੇ ਨੇ ਔਰ ਇਹ ਸਾਰਾ ਕੁਛ ਆਪਣੇ ਬਾਕੀ ਦੇ ਕੰਮ ਧੰਦਿਆਂ ਦੇ ਵਿੱਚੋਂ ਟਾਈਮ ਕੱਢ ਕੇ ਸਿਰਫ ਸਮਾਜ ਦੀ ਸੇਵਾ ਦੇ ਲਈ ਕਰਦੇ ਨੇ। ਮਨੋਹਰ ਲਾਲ ਮਹੇਸ਼ ਜੀ, ਤੁਹਾਡਾ ਬਹੁਤ ਬਹੁਤ ਕਾਂਚੀ ਟੀਵੀ ਦੇ ਉੱਤੇ ਸਵਾਗਤ ਹੈ ਜੀ। ਅਤੇ ਉਹਨਾਂ ਦੇ ਨਾਲ ਅੱਗੇ ਸਾਡੇ ਕੋਲ ਬੈਠੇ ਨੇ ਡਾਕਟਰ ਸੰਤੋਖ ਲਾਲ ਵਿਰਦੀ ਐਡਵੋਕੇਟ, ਜਿਨ੍ਹਾਂ ਨੇ ਕਿ ਸਮਾਜ ਭਲਾਈ ਦੇ ਕੰਮਾਂ ਦੇ ਉੱਤੇ ਹੁਣ ਤੱਕ 48 ਤੋਂ ਜ਼ਿਆਦਾ ਜਿਹੜੀਆਂ ਉਹ ਬੁੱਕਾਂ ਲਿਖੀਆਂ ਹੋਈਆਂ ਨੇ, ਤਾਂ ਕਿ ਆਪਣੇ ਸਮਾਜ ਨੂੰ, ਕਿਉਂਕਿ ਕਿਤਾਬਾਂ ਜਿਹੜੀਆਂ ਸਮਾਜ ਨੂੰ ਸੇਧ ਦੇਣ ਵਾਸਤੇ ਬਹੁਤ ਜ਼ਰੂਰੀ ਹੁੰਦੀਆਂ ਨੇ। ਜਿੱਦਾਂ ਅਸੀਂ ਕਿਤਾਬਾਂ ਤੋਂ ਜੋ ਸਾਨੂੰ ਨੌਲੇਜ ਮਿਲਦੀ ਹੈ, ਜਿਵੇਂ ਅਸੀਂ ਆਪਣੇ ਬੱਚਿਆਂ ਨੂੰ ਕਹਾਂਗੇ ਕਿ ਉਹ ਕਿਤਾਬਾਂ ਨੂੰ ਪੜ੍ਹਨ ਔਰ ਉਹਦੇ ਉੱਤੋਂ ਹੀ ਸਾਨੂੰ ਹੋਰ ਬਹੁਤ ਢੇਰ ਸਾਰੀਆਂ ਜਾਣਕਾਰੀਆਂ ਮਿਲਦੀਆਂ ਨੇ। ਪਰ ਉਹਨਾਂ ਤੋਂ ਇਲਾਵਾ ਅੱਜ ਮੈਂ ਇਹਨਾਂ ਨਾਲ ਕੁਝ ਪੁਆਇੰਟ ਜਿਹੜੇ ਉਹ ਡਿਸਕਸ ਕਰਾਂਗਾ, ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਇਹਨਾਂ ਸਾਰਿਆਂ ਦੇ ਪਿੱਛੇ ਕੀ ਮਕਸਦ ਆ ਔਰ ਅਸੀਂ ਜਦੋਂ ਨਿਊਜ਼ ਚੈਨਲ 'ਤੇ ਨਿਊਜ਼ ਦੇਖਦੇ ਹਾਂ ਅਤੇ ਉਹਦੇ ਬਾਰੇ ਵੀ ਸਾਨੂੰ ਪਤਾ ਲੱਗੇ ਕਿ ਹਾਂ ਵਾਕਈ 'ਚ ਕਿੰਨੀ ਸੱਚਾਈ ਹੈ ਔਰ ਕਿੰਨੀ ਨਹੀਂ ਹੈ। ਸਭ ਤੋਂ ਪਹਿਲਾਂ ਤਾਂ ਜੀ ਮੈਂ ਚੱਲਦਾ ਡਾਕਟਰ ਸੰਤੋਖ ਲਾਲ ਵੀਰ ਜੀ ਤੁਹਾਡੇ ਵੱਲ, ਕਿਉਂਕਿ ਪਹਿਲੀ ਗੱਲ ਤਾਂ ਇਹ ਹੈ, ਤੁਹਾਨੂੰ ਪਤਾ ਇਹ ਜਿਹੜਾ ਆਪਣਾ ਸੰਵਿਧਾਨ ਆ ਡਾਕਟਰ ਬਾਬਾ ਸਾਹਿਬ BR ਅੰਬੇਦਕਰ ਜੀ ਨੇ ਲਿਖਿਆ ਸੀਗਾ। ਤੁਹਾਡੇ ਹਿਸਾਬ ਦੇ ਨਾਲ ਇਹ ਜਿਹੜਾ ਸੰਵਿਧਾਨ ਡਾਕਟਰ ਬਾਬਾ ਸਾਹਿਬ ਕੀ ਲਿਖਣਾ ਚਾਹੁੰਦੇ, ਵਾਕਈ ਉਹ ਚੀਜ਼ ਲਿਖੀ ਗਈ ਆ ਜਾਂ ਉਹਦੇ ਉੱਤੇ ਉਨਾ ਅਮਲ ਹੋਇਆ ਕਿ ਜਿਹੜਾ ਉਹਨਾਂ ਨੇ ਲਿਖਿਆ ਸੀ ਜਾਂ ਜੋ ਉਹਨਾਂ ਦੇ ਦਿਲ ਵਿੱਚ ਸੀ? ਬੰਗੜ ਸਾਹਿਬ, 23 ਮਾਰਚ 1928 ਨੂੰ ਕਾਂਗਰਸ ਪਾਰਟੀ ਦਾ ਲਾਹੌਰ ਦੇ ਵਿੱਚ ਸੰਮੇਲਨ ਹੋਇਆ ਸੀ। ਉਸ ਸੰਮੇਲਨ ਦੇ ਵਿੱਚ ਗਾਂਧੀ ਜੀ ਤੇ ਜਵਾਹਰ ਲਾਲ ਨੇ ਇਹ ਦੇਸ਼ ਵਾਸੀਆਂ ਨਾਲ ਵਾਅਦਾ ਕੀਤਾ ਸੀ ਬਈ ਜਦੋਂ ਦੇਸ਼ ਆਜ਼ਾਦ ਹੋਵੇਗਾ ਤਾਂ ਇਹ ਦੇਸ਼ ਦੇ ਵਿੱਚ ਕੋਈ ਵੀ ਅਮੀਰ ਨਹੀਂ ਹੋਊਗਾ, ਕੋਈ ਵੀ ਗਰੀਬ ਨਹੀਂ ਹੋਊਗਾ, ਕੋਈ ਵੀ ਉੱਚਾ ਨਹੀਂ ਹੋਊਗਾ, ਕੋਈ ਵੀ ਨੀਵਾਂ ਨਹੀਂ ਹੋਊਗਾ, ਕੋਈ ਵੀ ਮਾਲਕ ਨਹੀਂ ਹੋਊਗਾ, ਕੋਈ ਵੀ ਮਜ਼ਦੂਰ ਨਹੀਂ ਹੋਊਗਾ, ਤੇ ਕੋਈ ਵੀ ਜਿਹੜਾ ਲੈਂਡਲੌਰਡ ਨਹੀਂ ਹੋਊਗਾ, ਕੋਈ ਮੁਜ਼ਾਹਰਾ ਨਹੀਂ ਹੋਊਗਾ, ਸਾਰੇ ਲੋਕ ਜਿਹੜੇ ਬਰਾਬਰ ਹੋਣਗੇ। ਤਾਂ ਜਦੋਂ 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ ਤਾਂ ਡਾਕਟਰ ਬਾਬਾ ਸਾਹਿਬ ਅੰਬੇਦਕਰ, ਕਿਉਂਕਿ 1947 ਨੂੰ ਦੇਸ਼ ਆਜ਼ਾਦ ਹੋਇਆ ਪਰ ਜਿਹੜੀ ਸੰਵਿਧਾਨ ਸਭਾ ਆ ਉਹ ਜੁਲਾਈ 1946 'ਚ ਹੀ ਬਣਨੀ ਸ਼ੁਰੂ ਹੋ ਗਈ ਸੀ ਔਰ ਸੰਵਿਧਾਨ ਸਭਾ ਹੋਂਦ 'ਚ ਆ ਗਈ ਸੀਗੀ ਔਰ ਸੰਵਿਧਾਨ ਬਣ ਰਿਹਾ ਸੀ। ਤੇ ਡਾਕਟਰ ਅੰਬੇਦਕਰ ਨੇ ਫਿਰ ਗਾਂਧੀ ਜੀ, ਨਹਿਰੂ ਜੀ ਨੂੰ ਕਿਹਾ ਵੀ ਤੁਸੀਂ ਆਹ ਵਾਅਦਾ ਕੀਤਾ ਸੀਗਾ ਲੋਕਾਂ ਦੇ ਨਾਲ, ਹੁਣ ਦੇਸ਼ ਜਿਹੜਾ ਆ ਲੋਕਾਂ ਨੇ ਤੁਹਾਡਾ ਸਾਥ ਹੀ ਨਹੀਂ ਦਿੱਤਾ, ਬਲਕਿ ਭਗਤ ਸਿੰਘ, ਰਾਜਗੁਰੂ, ਸੁਖਦੇਵ ਵਰਗਿਆਂ ਨੇ ਸ਼ਹੀਦੀਆਂ ਵੀ ਦਿੱਤੀਆਂ। ਇਸ ਲਈ ਆਪਾਂ ਹੁਣ ਜੋ ਵਾਅਦਾ ਕੀਤਾ ਸੀ ਵੀ ਸਾਰੇ ਲੋਕ ਬਰਾਬਰ ਹੋਣਗੇ, ਇਸ ਲਈ ਹੁਣ ਆਪਾਂ ਨੂੰ ਇਹ ਜਿਹੜੀ ਸੰਵਿਧਾਨ ਆ ਉਹਨੂੰ ਇਹ ਬਰਾਬਰਤਾ ਦੇ ਉੱਤੇ ਬਣਾਉਣਾ ਚਾਹੀਦਾ ਹੈਗਾ। ਉਹਨਾਂ ਨੇ ਕਿਹਾ ਵੀ, ਬਾਬਾ ਸਾਹਿਬ ਨੇ ਕਿਹਾ ਵੀ ਆਜ਼ਾਦੀ ਦਾ ਤਦੇ ਹੀ ਕੋਈ ਫਾਇਦਾ ਹੋ ਸਕਦਾ ਲੋਕਾਂ ਨੂੰ ਵੀ ਜੇ ਜਿਹੜੇ ਪੈਦਾਵਾਰ ਦੇ ਸਾਧਨ ਹੈ, ਜ਼ਮੀਨ ਹੈ, ਇੰਡਸਟਰੀ ਹੈ, ਨੌਕਰੀ ਹੈ, ਵਪਾਰ ਹੈ। ਉਹਨਾਂ ਨੇ ਕਿਹਾ ਵੀ ਜ਼ਮੀਨ ਜਿਹੜੀ ਇਸ ਵੇਲੇ ਰਾਜਿਆਂ ਕੋਲ ਆ, ਲੈਂਡਲੌਰਡਾਂ ਕੋਲ ਆ,
ਇਸ ਲਈ ਸਰਕਾਰ ਜਿਹੜੀ ਆ ਉਹ ਸਾਰੀ ਜ਼ਮੀਨ ਜਿਹੜੀ ਆ ਆਪਣੇ ਹੱਥ 'ਚ ਲੈ ਲਵੇ ਔਰ ਹੱਥ 'ਚ ਲੈ ਕੇ ਉਹ 20,000 ਏਕੜ ਦੇ ਫਾਰਮ ਬਣਾਵੇ, 20,000 ਏਕੜ ਦੇ ਫਾਰਮ ਬਣਾਵੇ ਔਰ ਉਹਦੇ ਉੱਤੇ ਖੇਤੀ ਕਰਾਵੇ ਸਾਰੇ ਲੋਕਾਂ ਤੋਂ। ਸਾਰੇ ਲੋਕ ਕੰਮ ਕਰਨ, ਸਾਰਿਆਂ ਨੂੰ ਬਰਾਬਰ ਤਨਖਾਹ ਮਿਲੇ। ਇਸ ਤਰ੍ਹਾਂ ਨਾ ਕੋਈ ਜਿਹੜਾ ਲੈਂਡਲੋਰਡ ਰਹੂਗਾ, ਨਾ ਕੋਈ ਮਜ਼ਦੂਰ ਰਹੂਗਾ ਤੇ ਨਾ ਕੋਈ ਕਿਸੇ ਨੂੰ ਦਬਾ ਸਕੂਗਾ ਤੇ ਸਾਰੇ ਬਰਾਬਰ ਹੋਣਗੇ। ਦੂਜੀ ਉਹਨਾਂ ਨੇ ਕਿਹਾ ਵੀ ਜਿਹੜੀ ਇੰਡਸਟਰੀ ਹੈ ਉਹ ਸਰਮਾਏਦਾਰ ਤੇ ਧਨਾੜ ਲੋਕਾਂ ਦੇ ਪਾਸ ਹੈ ਔਰ ਉਹ ਸਾਰੀ ਜਿਹੜੀ ਇੰਡਸਟਰੀ ਹੈਗੀ ਆ ਔਰ ਮੇਰਾ ਜਿਹੜਾ ਦੇਸ਼ ਹੈ ਉਹ ਪਿੰਡਾਂ 'ਚ ਵਸਦਾ ਹੈ ਤੇ ਪਿੰਡਾਂ ਦੇ ਵਿੱਚ ਮੇਰੇ ਲੋਕਾਂ ਨੂੰ ਹਾੜੀ ਸੋਣੀ ਸਿਰਫ 2 ਮਹੀਨੇ ਕੰਮ ਮਿਲਦਾ, 10 ਮਹੀਨੇ ਉਹ ਬੇਰੁਜ਼ਗਾਰ ਰਹਿੰਦੇ ਹੈਗੇ ਆ। ਬੇਰੁਜ਼ਗਾਰੀ ਕਾਰਨ ਉਹ ਗਰੀਬੀ ਦੀ ਜਲਨ 'ਚ ਫਸੇ ਹੋਏ ਹੈਗੇ ਆ। ਇਸ ਲਈ ਸਰਕਾਰ ਜਿਹੜੀ ਆ ਇਸ ਜਿਹੜੀਆਂ ਬੈਂਕਾਂ ਹੈਗੀਆਂ, ਉਦੋਂ ਬੈਂਕਾਂ ਰਾਜਿਆਂ ਦੀਆਂ ਸੀ, ਪ੍ਰਾਈਵੇਟ, ਸਿਰਫ 1969 'ਚ ਜਾ ਕੇ ਬੈਂਕਾਂ ਕੌਮੀ ਹੋਈਆਂ ਹੈਗੀਆਂ। ਪਹਿਲਾਂ ਰਾਜਿਆਂ ਦੀਆਂ ਬੈਂਕਾਂ ਸੀਗੀਆਂ ਜਿਹੜੇ ਇੱਥੇ 563 ਰਾਜੇ ਸੀ ਆਪਣੇ ਦੇਸ਼ ਦੇ ਵਿੱਚ, ਜਿਨ੍ਹਾਂ ਨੂੰ ਰਿਆਸਤਾਂ ਕਹਿੰਦੇ, ਜਿੱਦਾਂ ਕਪੂਰਥਲਾ, ਪਟਿਆਲਾ, ਹੋਰ ਨਾਭਾ, ਜੀਂਦ। ਤੇ ਉਹ ਬਾਬਾ ਸਾਹਿਬ ਨੇ ਕਿਹਾ ਵੀ ਇਹ ਜਿਹੜੇ ਬੈਂਕਾਂ ਦੇ ਵਿੱਚ ਪੈਸੇ ਆ ਉਹ ਆਪਣੇ ਸਰਕਾਰ ਹੱਥ 'ਚ ਲਵੇ, ਰਾਜਾ ਸ਼ਾਹੀ ਨੂੰ ਖਤਮ ਕਰਦਾ ਹੈ ਔਰ ਉਹ ਬੈਂਕਾਂ ਦੇ ਜਿਹੜੇ ਪੈਸੇ ਆ ਉਹਦੇ ਨਾਲ 50 ਪਿੰਡਾਂ ਨੂੰ ਸੈਂਟਰ ਮੰਨੇ, 50 ਪਿੰਡਾਂ ਦੇ ਗੱਭੇ ਇੱਕ ਵੱਡੀ ਮਿੱਲ ਲਾਵੇ, ਇੰਡਸਟਰੀ ਲਾਵੇ। ਪਰ ਉੱਥੇ ਤੁਹਾਡੀ ਗੱਲ ਟੋਕਦਾ, ਇਹ ਜਿਹੜੇ ਤੁਸੀਂ ਹੁਣੇ ਸਾਨੂੰ ਪੁਆਇੰਟ ਦੱਸੇ ਨੇ ਤੇ ਇਹਦੇ ਤੇ ਵਾਕਈ ਅਮਲ ਹੋਇਆ? ਇਹ ਆਪਾਂ ਅੱਗੇ ਕਰ ਲੈਨੇ, ਇਹਨੂੰ ਥੋੜਾ ਜਿਹਾ ਪੂਰਾ ਕਰ ਦੇਈਏ। ਠੀਕ ਹੈ, ਹਾਂ ਪੂਰਾ ਕਰ ਦੇਈਏ। ਉਹ ਫਿਰ ਉਹਨਾਂ ਨੇ ਕਿਹਾ ਵੀ ਜਦੋਂ ਇੰਡਸਟਰੀ ਲੱਗੇਗੀ 50 ਪਿੰਡਾਂ 'ਚ ਤਾਂ 50 ਪਿੰਡਾਂ ਦੇ ਲੋਕਾਂ ਨੂੰ ਕੰਮ ਮਿਲੇਗਾ। ਜਦ ਘਰਾਂ ਦੇ ਵਿੱਚ 2-2 ਬੰਦਿਆਂ ਨੂੰ ਤਨਖਾਹਾਂ ਹੋਣਗੀਆਂ ਤਾਂ ਕਿਸੇ ਨੂੰ ਕੋਈ ਰਿਜ਼ਰਵੇਸ਼ਨ ਦੀ ਲੋੜ ਨਹੀਂ, ਕਿਸੇ ਨੂੰ ਕੋਈ ਵਜ਼ੀਫਿਆਂ ਦੀ ਲੋੜ ਨਹੀਂ। ਤੇ ਉਹਦੇ ਨਾਲ ਸਾਰੇ ਜਿਹੜੇ ਘੱਟੋ ਘੱਟ ਵੀ ਇੱਕ ਇੰਡਸਟਰੀ ਵੱਡੀ ਦੇ ਵਿੱਚ 20-25 ਹਜ਼ਾਰ ਬੰਦੇ ਨੂੰ ਕੰਮ ਮਿਲ ਜਾਊਗਾ ਤਾਂ ਸਾਡੀ ਜਿਹੜੀ ਗਰੀਬੀ ਆ ਉਹ ਚੱਕੀ ਜਾਏਗੀ। ਤੇ ਇਸ ਤਰ੍ਹਾਂ ਉਹਨਾਂ ਨੇ ਇਹ ਵੀ ਕਿਹਾ ਸੀਗਾ ਵੀ ਜਿਹੜਾ ਸਾਡੇ ਨਾਗਰਿਕ ਆ ਉਹ ਗਰੀਬ ਹੈ ਸਾਡਾ ਦੇਸ਼, ਤੇ ਇਸ ਲਈ ਉਹਨਾਂ ਦੀ ਸਿਹਤ ਜਿਹੜੀ ਆ, ਬੀਮਾ ਉਹਨਾਂ ਦੀ ਸਾਰਿਆਂ ਦੀ ਸਿਹਤ ਦਾ ਵੀ ਹੋਣਾ ਚਾਹੀਦਾ ਔਰ ਉਹਨਾਂ ਦੇ ਨਾਲ ਹੀ ਇਹ ਜਿਹੜੀ ਬੁਢਾਪਾ, ਜਿਹੜੇ ਪੈਨਸ਼ਨ ਵਗੈਰਾ ਉਹਨਾਂ ਨੂੰ ਮਿਲਣੀ ਚਾਹੀਦੀ ਹੈਗੀ ਆ। ਹਾਂਜੀ, ਇਹ ਤਾਂ ਹੈਗੀ ਉਹਨਾਂ ਦੀ ਜੋ ਸੋਚ ਸੀ, ਜੋ ਸੰਵਿਧਾਨ ਬਣਾਉਣਾ ਚਾਹੁੰਦੇ ਸੀ। ਅੱਛਾ, ਮੈਂ ਹੁਣ ਚੱਲਦਾ ਜੀ ਰਮੇਸ਼ ਚੰਦਰ ਜੀ ਵੱਲ। ਰਮੇਸ਼ ਚੰਦਰ ਜੀ, ਤੁਸੀਂ ਇਹਦੇ ਬਾਰੇ ਕੀ ਵਿਚਾਰ ਸਾਨੂੰ ਦਰਸ਼ਕਾਂ ਨੂੰ ਦੱਸੋਗੇ ਕਿ ਤੁਹਾਡੇ ਕੋਲ ਕੀ ਜਾਣਕਾਰੀ ਨੇ ਇਸ ਬਾਰੇ? ਮੇਰੇ ਖਿਆਲ ਜਿਹੜਾ ਅੱਜ ਦਾ ਟੌਪਿਕ ਆ, ਹਾਂਜੀ, ਇਹ ਬਹੁਤ ਹੀ ਢੁਕਵਾਂ ਟੌਪਿਕ ਆ ਕਿਉਂਕਿ ਸਾਡਾ ਸੰਵਿਧਾਨ ਦੀ ਜਿਹੜੀ ਕਨਸਟੀਟਿਊਸ਼ਨਲ ਡੇ ਆ, ਜਿਹਨੂੰ ਅਸੀਂ ਮਨਾਉਂਦੇ ਕਨਸਟੀਟਿਊਸ਼ਨ ਡੇ, ਜਿਸ ਦਿਨ ਸਾਡੀ ਕਨਸਟੀਟਿਊਂਟ ਅਸੈਂਬਲੀ ਨੇ ਇਹ ਕਨਸਟੀਟਿਊਸ਼ਨ ਨੂੰ ਅਡਾਪਟ ਇਨੈਕਟ ਕੀਤਾ ਸੀਗਾ, ਉਹ 26 ਨਵੰਬਰ ਨੂੰ ਆ ਰਿਹਾ ਦਿਨ ਉਹ। ਤੇ ਮੈਂ ਸਮਝਦਾ ਡਿਸਕਸ਼ਨ ਇੱਕ ਕਾਟਨ ਰੇਜ਼ਰ ਦੀ ਤਰ੍ਹਾਂ ਆ ਉਸ ਦਿਨ ਤੇ ਆਉਣ ਲਈ। ਹਾਂਜੀ ਹਾਂਜੀ, ਇਹ ਕਾਟਨ ਰੇਜ਼ਰ ਇਹ ਆ, ਤੁਸੀਂ ਜਿਹੜਾ ਸਵਾਲ ਕੀਤਾ ਬੜਾ ਢੁਕਵਾਂ ਸਵਾਲ ਆ ਕਿ ਕੀ ਇਹ ਵਿਧਾਨ, ਇਹ ਸਾਡਾ ਸੰਵਿਧਾਨ ਬਾਬਾ ਸਾਹਿਬ ਅੰਬੇਦਕਰ ਦੀ ਸੋਚ ਦੇ ਮੁਤਾਬਕ ਬਣਿਆ? ਇਹ ਬੜਾ ਰੈਲੇਵੈਂਟ ਸਵਾਲ ਆ। ਮੈਂ ਜੋ ਸਮਝਦਾ ਨਹੀਂ। ਠੀਕ ਹੈ। ਬੜਾ ਸਾਰਾ ਅੰਬੇਦਕਰ ਸਾਹਿਬ ਨੇ ਆਪਣੇ ਇਨਪੁਟਸ ਦੇ ਕੇ ਉਹਨੂੰ ਕਨਸਟੀਟਿਊਸ਼ਨ ਨੂੰ ਆਪਣੇ ਤਰੀਕੇ ਨਾਲ, ਸਮਾਜ ਦੇ ਤਰੀਕੇ ਨਾਲ, ਦੇਸ਼ ਦੀ ਰਿਕੁਆਇਰਮੈਂਟਸ ਦੇ ਤਰੀਕੇ ਨਾਲ ਢਾਲਣ ਦੀ ਕੋਸ਼ਿਸ਼ ਕੀਤੀ, ਪਰ ਉਹਦੇ ਖਿਲਾਫ ਬਹੁਤ ਕੁਝ ਕਨਸਟੀਟਿਊਂਟ ਅਸੈਂਬਲੀ ਦੇ ਖਿਲਾਫ ਸੀ ਕਿ ਜਿਹੜੇ ਅੰਬੇਦਕਰ ਚਾਹੁੰਦੇ ਸੀ ਉਹ ਨਹੀਂ ਸੀ ਹੋ ਰਿਹਾ, ਹੋ ਨਹੀਂ ਸੀ ਪਾ ਰਿਹਾ। ਪਰ ਫੇਰ ਵੀ ਉਹ ਇਕੱਲੇ ਤਾਂ ਨਹੀਂ ਕਰ ਸਕਦੇ, ਸਾਰਿਆਂ ਨੇ ਮਿਲ ਕੇ ਯੋਗਦਾਨ ਪਾਉਣਾ ਸੀ। 299 ਬੰਦੇ ਸੀ ਉਸ ਕਨਸਟੀਟਿਊਂਟ ਅਸੈਂਬਲੀ ਦੇ ਮੈਂਬਰ ਸੀਗੇ। ਉਹਦੇ ਵਿੱਚ ਕੋਈ ਚੰਗੇ ਸੀ, ਕੋਈ ਮਾੜੇ ਸੀ, ਕੋਈ ਕੱਟੜਵਾਦੀ ਸੀ, ਕੋਈ ਕੰਜ਼ਰਵੇਟਿਵ ਸੀ, ਕੋਈ ਕੁਛ ਸੀਗੇ। ਤੇ ਇਹ ਨਹੀਂ ਕਹਿ ਸਕਦੇ ਕਿ ਅੰਬੇਦਕਰ ਦੀ ਸੋਚ ਦੇ ਮੁਤਾਬਕ ਸੰਵਿਧਾਨ ਬਣਿਆ, ਪਰ ਜਿਹੜਾ ਵੀ ਬਣਿਆ ਉਹ ਬਹੁਤ ਸੋਹਣਾ ਬਣਿਆ। ਦੂਸਰਾ ਸਵਾਲ ਪੁੱਛਿਆ ਵੀ ਲਾਗੂ ਹੋ ਰਿਹਾ ਕਿ ਨਹੀਂ ਹੋ ਰਿਹਾ? ਹਾਂਜੀ, ਮੈਂ ਉੱਥੇ ਆਉਣ ਲੱਗਾ ਸੀ। ਉਹ ਲਾਗੂ ਹੋ ਰਿਹਾ ਕਿ ਨਹੀਂ ਹੋ ਰਿਹਾ? ਦੇਖੋ, ਅੰਬੇਦਕਰ ਨੇ ਜਿਸ ਵੇਲੇ ਕਨਸਟੀਟਿਊਸ਼ਨ ਬਣਾਇਆ ਉਹਨੇ ਕਿਹਾ ਵੀ ਇੱਕ ਤੁਸੀਂ ਚੰਗਾ ਵਿਧਾਨ ਮਾੜੇ ਲੋਕਾਂ ਨੂੰ ਦੇ ਦਿਓ, ਉਹਨੂੰ ਉਹ ਮਾੜਾ ਸਾਬਤ ਕਰਨਗੇ। ਇੱਕ ਮਾੜਾ ਵਿਧਾਨ ਚੰਗੇ ਲੋਕਾਂ ਨੂੰ ਦੇ ਦਿਓ, ਉਹਨੂੰ ਚੰਗਾ ਸਾਬਤ ਕਰਨਗੇ। ਠੀਕ ਹੈ। ਇਹ ਬਾਹਲਾ ਸਾਰਾ ਸਾਡੇ ਤੇ ਖੁਦ ਡਿਪੈਂਡ ਕਰਦਾ ਸੀ ਕਿ ਅਸੀਂ ਉਹਨੂੰ ਕਿੱਦਾਂ ਲਾਗੂ ਕਰੀਏ। ਹੁਣ ਮੈਂ ਸਮਝਦਾ ਕਿ ਲਾਗੂ ਕੋਈ ਨਾ ਕਰੇ ਜਾਂ ਕਰੇ, ਇਹ ਗੱਲ ਇੱਕ ਬਹੁਤ ਡਿਬੇਟੇਬਲ ਆ, ਪਰ ਇਹ ਫੈਕਟ ਆ, ਇਹ ਮੈਂ ਕੰਸੀਡਰਡ ਓਪੀਨੀਅਨ ਮੇਰਾ ਕਿ ਅਗਰ ਇੰਡੀਆ ਅੱਜ ਇੰਡੀਆ ਆ ਤਾਂ ਉਹ ਸਿਰਫ ਵਿਧਾਨ ਕਰਕੇ ਆ। ਬਿਲਕੁਲ। ਜੇਕਰ ਬਾਬਾ ਸਾਹਿਬ ਦਾ ਵਿਧਾਨ ਨਾ ਹੁੰਦਾ, ਬੜਾ ਸੋਚਿਆ ਸਮਝਿਆ ਵਿਧਾਨ ਨਾ ਹੁੰਦਾ ਤਾਂ ਹਿੰਦੁਸਤਾਨ ਨਾ ਰਹਿੰਦਾ। ਮੈਂ ਇਹਨੂੰ ਜਦ ਥੋੜਾ ਐਲੈਬੋਰੇਟ ਕਰਨਾ ਚਾਹੁੰਦਾ, ਮੈਂ ਦੱਸਣਾ ਚਾਹੁੰਦਾ। ਹਾਂਜੀ ਹਾਂਜੀ, ਦੇਖੋ, ਇਹ ਕਿਹਾ ਜਾਂਦਾ ਸੀ ਵੀ ਨਹਿਰੂ ਤੋਂ ਬਾਅਦ ਕੀ ਹੋਏਗਾ, ਹੂ ਆਫਟਰ ਨਹਿਰੂ, ਵੀ ਸ਼ਾਇਦ ਨਹਿਰੂ ਨੇ ਮਾਰ ਜਾਣਾ ਤਾਂ ਉਸ ਤੋਂ ਬਾਅਦ ਸਾਰਾ ਇੰਡੀਆ ਡਿੱਗ ਪੈਣਾ। ਹਾਂਜੀ, ਪਰ ਕੁਛ ਨਹੀਂ ਹੋਇਆ। ਕੀ ਹੋਇਆ? ਨਹਿਰੂ ਮਰ ਗਿਆ, ਨਵਾਂ ਪ੍ਰਧਾਨ ਮੰਤਰੀ ਆ ਗਿਆ, ਉਹ ਵਿਧਾਨ ਕਰਕੇ ਆ ਗਿਆ।
ਉਹ ਤੋਂ ਬਾਅਦ ਕੀ ਹੋਇਆ, ਰਾਤੋਂ ਰਾਤ ਸਾਡੇ 2 ਪ੍ਰਾਈਮ ਮਿਨਿਸਟਰ ਵਾਇਲੈਂਸ 'ਚ ਐਲੀਮੀਨੇਟ ਹੋ ਗਏ। ਕੀ ਹੋਇਆ, ਦੂਏ ਦਿਨ ਨਵਾਂ ਪ੍ਰਧਾਨ ਮੰਤਰੀ ਬਣ ਗਿਆ। ਅਸੀਂ ਉਹ ਸ਼ੌਕ ਨੂੰ ਵੀ ਅਬਜ਼ੌਰਬ ਕੀਤਾ। ਉਹ ਵਿਧਾਨ ਕਰਕੇ ਹੋਇਆ, ਉਹ ਵਿਧਾਨ ਸਭਾ ਕਰਕੇ ਹੋਇਆ। ਉਹ ਬਾਬਾ ਸਾਹਿਬ ਦਾ ਦਿੱਤਾ ਹੈ, ਸੋਚਿਆ ਸਮਝਿਆ ਵਿਧਾਨ ਸੀ। ਰਾਤੋਂ ਰਾਤ ਹਿੰਦੁਸਤਾਨ ਦੀ ਜੁਡੀਸ਼ਰੀ ਨੇ ਸਭ ਤੋਂ ਸਟਰੋਂਗ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਨੂੰ ਅਨਸੀਟ ਕਰਤਾ। ਐਮਰਜੈਂਸੀ ਲੱਗ ਗਈ, ਉਪਤਲ ਫੁਤਲ ਹੋਈ, ਪਰ ਕੀ ਹੋਇਆ, ਉਹਨੇ ਲੋਕਾਂ ਨੇ ਇੰਦਰਾ ਗਾਂਧੀ ਨੂੰ ਹਰਾਇਆ। ਉਹਨਾਂ ਲੋਕਾਂ ਨੇ ਫਿਰ ਇੰਦਰਾ ਗਾਂਧੀ ਨੂੰ ਲਿਆਇਆ। ਕੀ ਹੋਇਆ, ਕੁਝ ਨਹੀਂ ਹੋਇਆ। ਬਿਲਕੁਲ ਸਮੂਥ ਟ੍ਰਾਂਜੀਸ਼ਨ ਆਫ ਪਾਵਰ ਹੋਈ। ਉਹ ਸਿਰਫ ਵਿਧਾਨ ਕਰਕੇ ਹੋਈ। ਇਸ ਕਰਕੇ ਮੈਂ ਇਹ ਕੰਸੀਡਰਡ ਓਪੀਨੀਅਨ ਮੇਰਾ ਕਿ ਅਗਰ ਇੰਡੀਆ ਹੁਣ ਤੱਕ ਇੰਡੀਆ ਹੈ, ਇੰਡੀਆ ਚੱਲ ਰਿਹਾ, ਉਹ ਸੰਵਿਧਾਨ ਕਰਕੇ ਹੈ, ਉਹ ਬਾਬਾ ਸਾਹਿਬ ਕਰਕੇ ਹੀ ਆ। ਉਹ ਮਨੋਹਰ ਲਾਲ ਜੀ, ਮੈਂ ਤੁਹਾਡੇ ਕੀ ਵਿਚਾਰ ਨੇ ਕਿ ਸੰਵਿਧਾਨ ਜਿਹੜਾ ਬਣਿਆ ਕਿ ਇਸ ਵੇਲੇ ਉੱਤੇ ਅਮਲ ਹੋ ਰਿਹਾ, ਜੋ ਵੀ ਗੱਲਾਂ ਚੱਲ ਰਹੀਆਂ, ਕਿ ਤੁਸੀਂ ਕਿੱਦਾਂ ਤੁਸੀਂ ਸਮਝਦੇ ਕਿ ਵਾਕਈ ਜਿਹੜਾ ਸੰਵਿਧਾਨ ਦੇ ਉੱਤੇ ਜੋ ਲਿਖਿਆ ਗਿਆ ਉਹਨਾਂ ਦੇ ਉੱਤੇ ਅਮਲ ਕਰ ਰਹੀਆਂ ਸਰਕਾਰਾਂ? ਦੇਖੋ ਬੰਗੜ ਸਾਹਿਬ, ਸਭ ਤੋਂ ਪਹਿਲਾਂ ਤਾਂ ਸੰਵਿਧਾਨ ਦੇ ਇਸ ਹਾਲਾਤ 'ਚ ਬਣਾਇਆ ਗਿਆ। ਹਾਂਜੀ। ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਬਣੇ। ਇਸ ਗੱਲ ਦੇ ਬਾਵਜੂਦ ਵੀ ਜਿੱਦਾਂ ਰਮੇਸ਼ ਜੀ ਨੇ ਦੱਸਿਆ ਕਿ ਉਹਨਾਂ ਦਾ ਵਿਰੋਧ ਵੀ ਬਹੁਤ ਹੋਇਆ। ਇੱਥੇ ਤੱਕ ਕਿ ਸਰਦਾਰ ਪਟੇਲ ਨੇ ਇਹ ਗੱਲ ਵੀ ਕਹਿਤੀ ਸੀ ਕਿ ਸੰਵਿਧਾਨ ਸਭਾ 'ਚ ਆਉਣ ਲਈ, ਕਨਸਟੀਟਿਊਐਂਟ ਅਸੈਂਬਲੀ 'ਚ ਆਉਣ ਲਈ ਡਾਕਟਰ ਅੰਬੇਡਕਰ ਲਈ ਅਸੀਂ ਦਰਵਾਜ਼ੇ ਤੱਕ ਹੀ ਖਿੜਕੀਆਂ ਤੱਕ ਬੰਦ ਕਰ ਦਿੱਤੇ। ਤੋ ਉਸ ਵੇਲੇ ਬੰਗਾਲ ਤੋਂ ਜੋਗਿੰਦਰ ਨਾਥ ਮੰਡਲ ਜੀ ਨੇ ਮਦਦ ਦੇ ਨਾਲ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਕਨਸਟੀਟਿਊਐਂਟ ਅਸੈਂਬਲੀ 'ਚ ਜਗ੍ਹਾ ਮਿਲੀ। ਤੋ ਇਹ ਸਾਡੇ ਲਈ ਇੱਕ ਬਹੁਤ ਹੀ ਇੰਪੋਰਟੈਂਟ ਗੱਲ ਸੀ, ਕਿਉਂਕਿ ਦੇਸ਼ ਦਾ ਇੱਕ ਬਹੁਤ ਹੀ ਪੜ੍ਹਿਆ ਲਿਖਿਆ ਬੁੱਧੀਜੀਵੀ ਔਰ ਦਲਿਤਾਂ ਦਾ ਉਸ ਵੇਲੇ ਦੇ ਅਨਟੱਚੇਬਲ ਜਾਂ ਅਛੂਤ ਕਹਿਣ ਵਾਲੇ ਲੋਕਾਂ ਦਾ ਰਿਪਰੈਜ਼ੈਂਟੇਟਿਵ ਸੀ, ਉਹਦਾ ਉਸ ਸੰਵਿਧਾਨ ਸਭਾ 'ਚ ਹੋਣਾ ਬਹੁਤ ਜ਼ਰੂਰੀ ਸੀ। ਹਾਂਜੀ। ਇਹਦੀ ਬੈਕਗ੍ਰਾਉਂਡ ਵੀ ਸਾਨੂੰ ਸਮਝਣੀ ਜ਼ਰੂਰੀ ਹੈ ਕਿ ਜਿਹਨਾਂ ਹਾਲਾਤਾਂ ਦੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਆਪਣਾ ਜੀਵਨ ਬਤੀਤ ਕੀਤਾ, ਹਾਂਜੀ, ਆਪਣੀ ਪੜ੍ਹਾਈ ਕੀਤੀ, ਸਮਾਜਿਕ ਵਾਤਾਵਰਣ ਸੀ, ਉਹ ਹਾਲਾਤਾਂ ਦੇ ਵਿੱਚੋਂ ਜਦੋਂ ਉਹ ਲੰਘੇ ਆ ਤੇ ਕੁਦਰਤੀ ਤੌਰ ਤੇ ਉਹਨਾਂ ਦੇ ਦਿਮਾਗ ਤੇ ਇੱਕ ਬੜੀ ਵੱਡੀ ਛਾਪ ਸੀ ਇਸ ਗੱਲ ਦੀ ਕਿ ਦੇਸ਼ ਦੇ ਵਿੱਚ ਜਿਹੜਾ ਸਮਾਜਿਕ ਨਿਆਂ ਆ, ਸੋਸ਼ਲ ਜਸਟਿਸ ਜਿਹਨੂੰ ਆਪਾਂ ਕਹਿੰਦੇ ਆ, ਉਹਦਾ ਹੋਣਾ ਬਹੁਤ ਜ਼ਰੂਰੀ ਆ, ਨਿਹਾਇਤ ਹੀ ਜ਼ਰੂਰੀ ਆ। ਜਿੱਦਾਂ ਬਿਰਦੀ ਸਾਹਿਬ ਨੇ ਦੱਸਿਆ, ਉਹ ਸਾਰੀ ਤੰਗ ਸੀਗੇ ਕਿ ਅਸੀਂ ਸੋਸ਼ਲ ਜਸਟਿਸ ਜਿਹੜੀ ਆ ਉਹਨੂੰ ਕਿੱਦਾਂ ਇਨਸ਼ੋਰ ਕਰ ਸਕਦੇ ਹਾਂ, ਹਾਂਜੀ, ਕਿੱਦਾਂ ਅਸੀਂ ਉਸ ਚੀਜ਼ ਨੂੰ ਅਚੀਵ ਕਰ ਸਕਦੇ ਹਾਂ। ਤਾਂ ਇਹ ਇੱਕ ਅੱਛੇ ਸਮੇਂ ਦੀ ਗੱਲ ਸੀ ਕਿ ਦੇਸ਼ ਦੇ ਬਲਕਿ ਦੇਸ਼ ਦੇ ਹੀ ਨਹੀਂ ਬਲਕਿ ਦੁਨੀਆ ਦੇ ਇੱਕ ਮੰਨੇ ਪਰਮੰਨੇ ਪੜ੍ਹੇ ਲਿਖੇ ਔਰ ਬੁੱਧੀਜੀਵੀ ਉਸ ਵੇਲੇ ਉਹਨਾਂ ਨੂੰ ਸੰਵਿਧਾਨ ਬਣਾਉਣ ਲਈ ਮੌਕਾ ਮਿਲਿਆ। ਉਹ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਬਣੇ, ਭਾਵੇਂ ਉਹਨਾਂ ਦੇ ਨਾਲ ਹੋਰ 6 ਮੈਂਬਰ ਹੋਰ ਵੀ ਸੀਗੇ, ਲੇਕਿਨ ਮੇਨ ਕੰਮ ਜਿਹੜਾ ਉਹ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੂੰ ਹੀ ਕਰਨਾ ਪਿਆ, ਜਿਹੜਾ ਕਿ ਉਹਨਾਂ ਨੇ 26 ਅਲੀਪੁਰ ਰੋਡ ਤੇ, ਜਿੱਥੇ ਅੱਜ ਬਹੁਤ ਵੱਡਾ ਉਹਨਾਂ ਦਾ ਸਮਾਰਕ ਬਣਿਆ, ਉਹਨਾਂ ਦੀ ਯਾਦ 'ਚ ਉੱਤੇ ਉਹਨਾਂ ਦੀ ਯਾਦਗਾਰ ਬਣੀ ਆ, ਉਸ ਜਗ੍ਹਾ ਤੇ ਉੱਤੇ ਉਹਨਾਂ ਨੇ ਬੈਠ ਕੇ ਇਹ ਸੰਵਿਧਾਨ ਲਿਖਿਆ। 2 ਸਾਲ 11 ਮਹੀਨੇ ਔਰ 18 ਦਿਨ ਦੀ ਲੰਬੀ ਮਿਹਨਤ ਤੋਂ ਬਾਅਦ, ਦਿਨ ਰਾਤ ਪੁਰਸ਼ਾਰਥ ਕਰਨ ਤੋਂ ਬਾਅਦ ਉਹਨਾਂ ਨੇ ਇਹ ਸੰਵਿਧਾਨ ਲਿਖਿਆ, ਜਿਹਨੂੰ ਕਨਸਟੀਟਿਊਐਂਟ ਅਸੈਂਬਲੀ ਨੇ 26 ਨਵੰਬਰ ਨੂੰ ਪਾਸ ਕੀਤਾ ਔਰ 26 ਜਨਵਰੀ ਨੂੰ 2 ਮਹੀਨੇ ਬਾਅਦ ਉਹ ਦੇਸ਼ ਦੇ ਵਿੱਚ ਲਾਗੂ ਹੋਇਆ ਔਰ ਪੂਰਾ ਦੇਸ਼ ਜਿਹੜਾ ਉਸ ਵੇਲੇ ਇੱਕ ਗਣਤੰਤਰ ਜਿਹੜਾ ਉਹ ਬਣ ਗਿਆ। ਪਰ ਮੇਰਾ ਸਵਾਲ ਇਹ ਸੀ ਆ ਰਿਹਾ ਮੈਂ ਉਸ ਪੁਆਇੰਟ ਤੇ, ਹਾਂਜੀ, ਵੀ ਸੰਵਿਧਾਨ ਕਿੰਨਾ ਕੁ ਉੱਤੇ ਹੋ ਰਿਹਾ? ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਜਿਹੜੇ ਆਪਣੇ ਜੀਵਨ ਦੇ ਵਿੱਚ ਜੋ ਕੁਝ ਉਹਨਾਂ ਨੂੰ ਭੋਗਿਆ, ਜੋ ਉਹਨਾਂ ਨੂੰ ਤਕਲੀਫਾਂ ਔਰ ਜੋ ਚੀਜ਼ਾਂ ਉਹਨਾਂ ਨੂੰ ਸੋਸ਼ਲ ਜਸਟਿਸ ਜਿਹੜੀ ਨਜ਼ਰ ਆਈ ਕਿ ਹੈ ਹੀ ਨਹੀਂ ਬਿਲਕੁਲ, ਉਸ ਚੀਜ਼ ਨੂੰ ਉਹਨੇ ਇਨਸ਼ੋਰ ਕੀਤਾ ਕਿ ਮੈਂ ਕੋਸ਼ਿਸ਼ ਕਰਾਂ ਕਿ ਇਹਦੇ ਵਿੱਚ ਉਹ ਸਾਰੀਆਂ ਚੀਜ਼ਾਂ ਹੀ ਪਾਵਾਂ ਜਿਹੜਾ ਦਾ ਜ਼ਿਕਰ ਹੁਣੇ ਬਿਰਦੀ ਸਾਹਿਬ ਨੇ ਕੀਤਾ। ਮੈਂ ਉਹਨੂੰ ਰਿਪੀਟ ਨਹੀਂ ਕਰਨਾ ਚਾਹੁੰਦਾ ਕਿ ਜਿਹਦੇ ਨਾਲ ਸਾਡੇ ਪੂਰੇ ਸਮਾਜ ਨੂੰ, ਦੇਸ਼ ਦੇ ਪੂਰੇ ਗਰੀਬ ਸਮਾਜ ਨੂੰ, ਜਿਹੜੇ ਡਿਪਰਾਈਵਡ ਜਿਹੜੇ ਲੋਕ ਸੀਗੇ, ਉਹਨਾਂ ਨੂੰ ਵੀ ਉਹ ਹੱਕ ਔਰ ਮੌਕਾ ਔਰ ਓਪਰਚੁਨਿਟੀ ਮਿਲੇ। ਤਾਂ ਉਹਨਾਂ ਨੇ ਇਹ ਠੀਕ ਹੈ ਕਿ ਜਿੰਨਾ ਕੁਝ ਉਹ ਕਰਨਾ ਚਾਹੁੰਦੇ ਸੀ ਉਹ ਉਹਨਾਂ ਕੁਝ ਨਹੀਂ ਕਰ ਸਕੇ, ਇਹਦੇ 'ਚ ਕੋਈ ਦੋ ਰਾਏ ਨਹੀਂ। ਜਿੱਦਾਂ ਰਮੇਸ਼ ਜੀ ਨੇ ਕਿਹਾ ਕਿ ਇੱਕ ਬੰਦੇ ਦਾ ਕੰਮ ਨਹੀਂ ਸੀ, ਜਾਂ ਕਨਸਟੀਟਿਊਐਂਟ ਅਸੈਂਬਲੀ ਦੇ ਵਿੱਚ 292 ਉਸ ਵੇਲੇ ਦੇ ਪ੍ਰੋਵਿੰਸ਼ੀਅਲ ਰਿਪਰੈਜ਼ੈਂਟੇਟਿਵ ਸੀਗੇ, 70 ਪ੍ਰਿੰਸੀਪਲ ਸਟੇਟਸ ਦੇ ਸੀਗੇ ਜਦੋਂ ਸ਼ੁਰੂ 'ਚ ਬਣੀ ਆ, ਔਰ 4 ਰਿਪਰੈਜ਼ੈਂਟੇਟਿਵ ਜਿਹੜੇ ਉਹ ਚੀਫ ਕਮਿਸ਼ਨਰ
ਦੇ ਪੁਆਇੰਟਾਂ ਦੇ ਸੀਗੇ। ਤਾਂ ਉਹ ਜੋ ਕਰਨਾ ਚਾਹੁੰਦੇ ਸੀ ਉਹ ਚੋਂ ਕਾਫੀ ਕੁਝ ਉਹਨੇ ਉਹਦੇ ਚ ਇੰਟਰੋਡਿਊਸ ਕਰ ਦਿੱਤਾ। ਹੁਣ ਨੈਕਸਟ ਸਵਾਲ ਤੁਹਾਡਾ ਦੂਜਾ ਆ ਗਿਆ ਕਿ ਕੀ ਉਹ ਅੱਜ ਜਾਂ ਪਿਛਲੇ 70 ਸਾਲਾਂ ਦੇ ਵਿੱਚ ਜਦੋਂ ਦਾ ਵਿਧਾਨ ਜਿਹੜਾ ਲਾਗੂ ਹੋ ਚੁੱਕਾ, ਉਸ ਸਮੇਂ ਦੇ ਵਿੱਚ ਕੀ ਉਹ ਇੰਪਲੀਮੈਂਟ ਹੋਇਆ? ਮੈਂ ਸਮਝਦਾ ਕਿ ਬੰਗੜ ਸਾਹਿਬ ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ। ਹਾਂਜੀ ਹਾਂਜੀ। ਦੁਨੀਆ ਦੇ ਬਹੁਤ ਸਾਰੇ ਦੇਸ਼ ਇਦਾਂ ਦੇ ਨੇ ਜਿਨ੍ਹਾਂ ਦੇ ਵਿੱਚ ਕੋਈ ਸੰਵਿਧਾਨ ਨਹੀਂ, ਜਾਂ ਬਹੁਤ ਛੋਟਾ ਸੰਵਿਧਾਨ ਹੈ, ਜਾਂ ਇਸ ਤਰ੍ਹਾਂ ਦਾ ਸੰਵਿਧਾਨ ਹੈ ਕਿ ਜਿਹੜੇ ਜ਼ਿਆਦਾ ਅਮੈਂਡਮੈਂਟ ਨਹੀਂ ਕੀਤੀਆਂ ਗਈਆਂ, ਲੇਕਿਨ ਉਹਨਾਂ ਦਾ ਆਪਣਾ ਕਰੈਕਟਰ, ਨੈਸ਼ਨਲ ਮੋਰੈਲਿਟੀ ਔਰ ਲੋਕਾਂ ਦਾ ਸੋਚਣ ਦਾ ਢੰਗ, ਔਰ ਜਿਹੜੇ ਜ਼ਿੰਮੇਵਾਰ ਇਸ ਤੋਂ ਵੀ ਉੱਪਰ ਜਿਹੜੇ ਪਾਰਲੀਮੈਂਟੇਰੀਅਨ ਔਰ ਦੇਸ਼ ਨੂੰ ਚਲਾਉਣ ਵਾਲੇ ਸ਼ਾਸਨ ਪ੍ਰਸ਼ਾਸਨ ਜਿਹੜਾ ਦੇ ਕੋਲ ਹੈ, ਉਹ ਦੇਸ਼ ਪ੍ਰਤੀ ਇੰਨੇ ਇਮਾਨਦਾਰ ਹੈ, ਉਸ ਦੇਸ਼ ਦੀ ਜਨਤਾ ਪ੍ਰਤੀ ਇੰਨੇ ਇਮਾਨਦਾਰ ਹੈ ਕਿ ਉਹ ਉਹਨੂੰ ਇਸ ਢੰਗ ਨਾਲ ਲਾਗੂ ਕਰਦੇ ਤਾਂ ਕਿ ਹਰ ਇੱਕ ਨੂੰ ਹਰ ਸੋਸ਼ਲ ਵੈਲਫੇਅਰ ਜਿਹੜੀ ਆ, ਹਰ ਇਨਸਾਨ ਦੀ ਜਿਹੜੀ ਵੈਲਫੇਅਰ ਉਹ ਕੀਤੀ ਜਾ ਸਕੇ। ਤਾਂ ਇਸੇ ਉਮੀਦ ਨਾਲ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਨੇ ਬਹੁਤ ਸਾਰੇ ਪ੍ਰੋਵੀਜ਼ਨ ਸਾਡੇ ਲਈ ਦੇਸ਼ ਦੇ ਅਲੱਗ-ਅਲੱਗ ਵਰਗਾਂ ਲਈ, ਅਲੱਗ-ਅਲੱਗ ਫਿਰਕਿਆਂ ਲਈ ਉਹਦੇ 'ਚ ਕੀਤੇ, ਪਰ ਉਹ ਅੱਜ ਉਹਨਾਂ ਦੀ ਉਮੀਦ ਤੇ ਪੂਰੇ ਨਹੀਂ ਉਤਰੇ। ਇਹਦੇ ਬਾਰੇ ਕੋਈ ਦੋ ਰਾਏ ਨਹੀਂ। ਰਮੇਸ਼ ਚੰਦਰ ਜੀ, ਮੈਂ ਦੇਖ ਰਿਹਾ ਸੀ ਥੋੜਾ ਸਵਾਲ ਤੁਹਾਡਾ ਬਾਰ-ਬਾਰ ਜਿਹੜਾ ਆ ਰਿਹਾ, ਹਾਂਜੀ ਮੈਂ ਥੋੜਾ ਜਿਹਾ ਕਲੀਅਰ ਕਰਨਾ ਕਰੋ ਜੀ ਕਰੋ। ਦੇਖੋ, ਜਿਸ ਵੇਲੇ ਬਾਬਾ ਸਾਹਿਬ ਨੇ ਸੰਵਿਧਾਨ ਸਭਾ 'ਚ ਰਾਜਿਆ ਸਮਾਜਵਾਦ ਦਾ, ਜ਼ਮੀਨ ਇੰਡਸਟਰੀ ਵਪਾਰ ਦਾ ਲਿਆਂਦਾ, ਉਹ ਸੰਵਿਧਾਨ ਸਭਾ ਨੇ ਪਾਸ ਨਹੀਂ ਕੀਤਾ। ਠੀਕ ਹੈ, ਪਾਸ ਨਹੀਂ ਕੀਤਾ ਕਿਉਂਕਿ ਸੰਵਿਧਾਨ ਸਭਾ ਦੇ ਵਿੱਚ ਵੀ ਜਿਹੜੇ ਰਾਜੇ ਮਹਾਰਾਜੇ ਲੈਂਡਲੋਰਡ ਸੀ ਉਹ ਹੀ ਜ਼ਿਆਦਾ ਮੈਂਬਰ ਸੀਗੇ, ਤੇ ਉਹ ਜਦੋਂ ਪਾਸ ਨਹੀਂ ਕੀਤਾ ਤਾਂ ਫਿਰ ਡਾਕਟਰ ਅੰਬੇਡਕਰ ਕਹਿੰਦੇ ਵੀ ਮੈਨੂੰ ਇਹਦਾ ਬਣਾਉਣ ਦਾ ਕੀ ਫਾਇਦਾ, ਫਿਰ ਬਣਾ ਲਓ ਜਿੱਥੋਂ ਬਣਾਉਣਾ। ਉਹ ਕਹਿੰਦੇ ਤੁਸੀਂ ਰਿਜ਼ਰਵੇਸ਼ਨ ਲੈ ਲਓ। ਡਾਕਟਰ ਅੰਬੇਡਕਰ ਕਹਿੰਦੇ ਬਈ ਤੁਸੀਂ ਮੇਰੇ ਚੰਗੇ ਭਲੇ ਸਮਾਜ ਨੂੰ ਲੰਗੜਾ ਕਿਉਂ ਕਰ ਰਹੇ ਆ? ਹਾਂਜੀ। ਉਹਨਾਂ ਨੂੰ ਪ੍ਰਾਪਰਟੀ ਦੇ ਵਿੱਚ ਜਿਹੜੇ ਜਿੱਦਾਂ ਦੂਜੇ ਲੋਕਾਂ ਨੂੰ ਪ੍ਰਾਪਰਟੀ ਦੇ ਪੈਦਾਵਾਰ ਦੇ ਸਾਧਨਾਂ 'ਚ ਅਧਿਕਾਰ ਹੈਗੇ ਆ ਉਹ ਦਿਓ, ਪਰ ਨਹੀਂ, ਕਿਉਂਕਿ ਸੰਵਿਧਾਨ ਸਭਾ ਦੀ ਮੈਜੋਰਟੀ ਉਹਨਾਂ ਦੀ ਸੀ। ਡਾਕਟਰ ਅੰਬੇਡਕਰ ਦੇ ਨਾਲ ਸਿਰਫ 2 ਬੰਦੇ ਕਮਿਊਨਿਸਟ ਸੀਗੇ, ਉਹ ਖੜੇ ਹੋਏ। 299 ਦੇ ਵਿੱਚੋਂ 3 ਬੰਦੇ ਸਿਰਫ ਜਿਹੜੇ 30 ਰਿਜ਼ਰਵ ਸੀਟਾਂ ਤੇ ਸੀਗੇ ਜਿੱਤੇ ਹੋਏ, ਉਹ ਵੀ ਸ਼ਡਿਊਲਡ ਕਾਸਟ ਦੂਜੇ ਪਾਸੇ ਸੀਗੇ, ਕਿਉਂਕਿ ਉਹ ਰਿਜ਼ਰਵ ਸੀਟ ਵਾਲੇ ਤਾਂ ਹੱਥ ਠੋਕਾ ਹੁੰਦੇ ਦੂਜੇ ਲੋਕਾਂ ਦੇ, ਉਹ ਦੁਬਾਰਾ ਆਪਣੀ ਮਰਜ਼ੀ ਨਾਲ ਵੋਟ ਪਾ ਹੀ ਨਹੀਂ ਸਕਦੇ ਹੈਗੇ। ਤੇ ਫਿਰ ਜਦੋਂ ਨਹੀਂ ਦਿੱਤਾ ਤਾਂ ਡਾਕਟਰ ਅੰਬੇਡਕਰ ਨੇ ਦੇ ਨਾਲ ਵਾਅਦਾ ਹੋਇਆ। ਡਾਕਟਰ ਅੰਬੇਡਕਰ ਕਹਿੰਦੇ ਫਿਰ ਜਿਹੜੀ ਨਾ ਬਰਾਬਰਤਾ ਹੈ, ਊਚ ਨੀਚ ਹੈ, ਇਹ ਕਿੰਨੇ ਚਿਰ 'ਚ ਖਤਮ ਕਰੋ। ਇਹ ਫਿਰ ਗਾਂਧੀ ਜੀ, ਨਹਿਰੂ ਜੀ ਨੇ ਵਾਅਦਾ ਕੀਤਾ ਵੀ 10 ਸਾਲ ਦਿਓ ਸਾਨੂੰ, ਬਈ 10 ਸਾਲਾਂ ਦੇ ਵਿੱਚ ਇਹ ਜਿਹੜੀ ਛੂਆ-ਛਾਤ, ਜਾਤ ਪਾਤ ਤੇ ਨਾ ਬਰਾਬਰਤਾ ਅਸੀਂ ਖਤਮ ਕਰ ਦਿਆਂਗੇ, ਗਰੀਬੀ ਅਮੀਰੀ। ਪਰ ਸੰਵਿਧਾਨ ਲਾਗੂ ਹੋ ਗਿਆ 26 ਜਨਵਰੀ 1950 ਨੂੰ, ਔਰ ਜਿਹੜੀਆਂ ਗੱਲਾਂ ਕਹੀਆਂ ਸੀ, ਫਿਰ ਡਾਕਟਰ ਅੰਬੇਡਕਰ ਨੇ 2 ਗੱਲਾਂ ਕਹੀਆਂ। ਇਹ ਆਪਣੇ ਸੰਵਿਧਾਨ ਦੇ ਵਿੱਚ 7 ਫੰਡਾਮੈਂਟਲ ਰਾਈਟ ਆ, ਉਹਦੇ ਵਿੱਚ ਜਿਹੜਾ 7ਵਾਂ ਫੰਡਾਮੈਂਟਲ ਰਾਈਟ ਹੈ ਉਹ ਇਹ ਸੀ ਵੀ ਜਿਹੜਾ ਪ੍ਰਾਪਰਟੀ ਹੈ ਉਹ ਸਰਕਾਰ, ਇਹਨਾਂ ਨੇ ਇਹ ਬਹਾਨਾ ਲਾਇਆ ਸੀ ਜਦੋਂ ਡਾਕਟਰ ਅੰਬੇਡਕਰ ਕਹਿੰਦੇ ਬੜੇ ਬੜੇ ਫਾਰਮ ਬਣਾਓ, ਇਹ ਕਹਿੰਦੇ ਜ਼ਿਮੀਂਦਾਰਾਂ ਨੇ ਜ਼ਮੀਨ ਛੱਡਣੀ ਨਹੀਂ, ਖਾਨਾ ਜੰਗੀ ਹੋ ਜੂ, ਧਨਾਡਾ ਨੇ ਇੰਡਸਟਰੀ ਛੱਡਣੀ ਨਹੀਂ, ਇਸ ਲਈ ਇਹ ਕਹਿੰਦੇ ਵੀ ਤੁਸੀਂ ਮੌਕਾ ਦਿਓ। ਇਹਨੇ 10 ਸਾਲ ਦਿੱਤੇ, ਪਰ ਉਹਨੇ ਕਿਹਾ ਵੀ ਸੰਵਿਧਾਨ 'ਚ 2 ਗੱਲਾਂ ਪਾਓ, ਇੱਕ ਰਾਈਟ ਟੂ ਐਜੂਕੇਸ਼ਨ, ਇੱਕ ਰਾਈਟ ਟੂ ਸਰਵਿਸ, ਇਹ 2 ਪਾਓ। ਤੇ ਤੀਜੀ ਉਹਨਾਂ ਨੇ ਪਾਈ ਜਿਹੜੀ ਪ੍ਰਾਪਰਟੀ ਹੈ, ਜ਼ਮੀਨ ਜਾਇਦਾਦ, ਉਹ ਸਰਕਾਰ ਜਦੋਂ ਮਰਜ਼ੀ ਕਿਸੇ ਦੀ ਅਕਵਾਇਰ ਕਰ ਲਓ। ਪਰ ਇਹਨਾਂ ਨੇ 7ਵਾਂ ਫੰਡਾਮੈਂਟਲ ਰਾਈਟ ਉਦੋਂ ਹੀ ਖਤਮ ਕਰ ਦਿੱਤਾ, ਉਹਨੂੰ ਖਤਮ ਹੀ ਕਰ ਦਿੱਤਾ ਸੰਵਿਧਾਨ ਦੇ ਵਿੱਚੋਂ। ਜਿਹੜੇ ਦੂਜੇ 2 ਸੀ, ਰਾਈਟ ਟੂ ਐਜੂਕੇਸ਼ਨ ਐਂਡ ਰਾਈਟ ਟੂ ਸਰਵਿਸ, ਇਹ ਵੀ ਨਹੀਂ ਪਾਏ ਹੈਗੇ। ਤਾਂ ਡਾਕਟਰ ਅੰਬੇਡਕਰ ਕਹਿੰਦੇ ਵੀ ਕੀ ਦਿੱਤਾ ਤੁਸੀਂ ਲੋਕਾਂ ਨੂੰ ਆਜ਼ਾਦੀ ਆ, ਤੇ ਇਸ ਕਰਕੇ ਇਹਨੀ 10 ਸਾਲ ਵੀ ਲੰਘ ਗਏ, 20 ਵੀ ਲੰਘ ਗਏ, ਉਹ ਤਾਂ ਅਜੇ ਤੱਕ ਚੱਲੀ ਜਾ ਰਿਹਾ, ਕੋਈ ਫਾਇਦਾ ਨਹੀਂ ਹੋਇਆ। ਕੋਈ ਉੱਥੇ ਗਰੀਬ ਹੀ ਆ, ਅਮੀਰ ਹੀ ਆ। ਚੰਦ ਬੰਦੇ ਜਦੋਂ ਸਿਰਫ ਸ਼ਡਿਊਲਡ ਕਾਸਟਾਂ ਦੇ ਵਿੱਚੋਂ ਰਿਜ਼ਰਵੇਸ਼ਨ ਜਿਹੜੀ ਨਹੀਂ ਦਿੱਤੀ, ਸਿਰਫ 1% ਲੋਕ ਜਿਹੜੇ ਆ ਉਹ ਸਰਵਿਸ ਦੇ ਵਿੱਚ, ਪਾਰਟੀਆਂ ਦੇ ਵਿੱਚ ਲੀਡਰ ਜਾਂ ਬਿਜ਼ਨਸ 'ਚ ਮਾੜਾ ਮੋਟਾ ਆ ਗਿਆ। ਪਰ 99% ਜਿਹੜਾ ਸ਼ਡਿਊਲਡ ਕਾਸਟ ਆ ਅਜੇ ਵੀ ਪਿੰਡਾਂ 'ਚ ਬੈਠਾ, ਉਹਦੀ ਹਾਲਤ ਇੰਨੀ ਮਾੜੀ ਹੈ। ਔਰ ਜਿਹੜੇ ਇਹ ਸਾਡੇ 42 ਕਰੋੜ ਲੋਕ ਜਿਹੜੇ ਰਾਤ ਨੂੰ ਭੁੱਖੇ ਸੌਂਦੇ ਆ, ਉਹਦੇ ਵਿੱਚ ਉਹ 41.5 ਕਰੋੜ ਉਹ ਲੋਕ ਹੈ, ਉਹਨਾਂ ਨੂੰ ਆਜ਼ਾਦੀ ਦਾ ਕੀ ਫਾਇਦਾ? ਰਮੇਸ਼ ਚੰਦਰ ਜੀ ਕੁਝ ਕਹਿਣਾ ਚਾਹੁੰਦੇ ਨੇ? ਇਸੇ ਗੱਲ ਨੂੰ ਕਿਉਂਕਿ ਇਹ ਸਵਾਲ ਹੀ ਅਸਲਾਂ 'ਚ ਇਹ ਆ ਕਿ ਕੀ ਅਸੀਂ ਕਨਸਟੀਟਿਊਸ਼ਨ ਬਣਨ ਤੋਂ ਬਾਅਦ ਕੁਝ ਕਰ ਸਕੇ, ਜਾਂ ਉਹਨੂੰ ਕਨਸਟੀਟਿਊਸ਼ਨ ਲਾਗੂ ਕਰਨ ਦੇ ਵਿੱਚ ਕੋਈ ਪ੍ਰੋਬਲਮਾਂ ਹੋਈਆਂ। ਇਹ ਬਹੁਤ ਰੈਲੇਵੈਂਟ ਕੁਐਸਚਨ ਆ, ਔਰ ਇਹ ਬੜੀ ਡਿਬੇਟੇਬਲ ਕੁਐਸਚਨ ਵੀ ਆ। ਪਰ ਆਪਾਂ ਇੱਕ ਇੰਡੀਅਨ ਆ, ਨੈਸ਼ਨਲਿਸਟਿਕ ਇੰਡੀਅਨ ਆ, ਅੰਬੇਦਕਰ ਦੀ ਤਰ੍ਹਾਂ ਹੀ। ਅੰਬੇਦਕਰ ਬਹੁਤ ਵੱਡਾ ਨੈਸ਼ਨਲਿਸਟ ਸੀ। ਸਾਡਾ ਮੁਲਕ, ਜਿੱਦਾਂ ਮੈਂ ਪਹਿਲਾਂ ਕਿਹਾ ਵੀ ਜੇ ਮੁਲਕ ਆ
ਰਹਿ ਗਿਆ ਇੰਡੀਆ ਇੱਥੇ ਤੱਕ ਸੰਵਿਧਾਨ ਪਹੁੰਚਿਆ ਤਾਂ ਕਰਕੇ। ਸੰਵਿਧਾਨ ਕਰਕੇ ਆ। ਹਾਂਜੀ। ਤਾਂ ਇਹਦਾ ਮਤਲਬ ਹੈ ਸੰਵਿਧਾਨ ਕੰਮ ਤਾਂ ਕਰ ਰਿਹਾ, ਬਿਲਕੁਲ ਬਹੁਤ ਹੀ ਇਫੈਕਟਿਵ, ਬਹੁਤ ਹੀ ਸੋਚੀ ਸਮਝੀ ਇੱਕ ਡਾਕੂਮੈਂਟੇਸ਼ਨ ਹੋਈ ਆ, ਇੱਕ ਬਹੁਤ ਸੋਹਣਾ ਹੈ। ਪਰ ਜਿੱਦਾਂ ਦੱਸਿਆ ਵੀ ਲਾਗੂ ਤਾਂ ਅਸੀਂ ਕਰਨਾ, ਉਹ ਲਾਗੂ ਹੋਇਆ ਕਿ ਨਹੀਂ ਹੋਇਆ, ਇਹਦਾ ਸਵਾਲ ਦਾ ਇੱਕ ਪਾਸੇ ਹਾਂ ਵੀ ਆ, ਦੂਸਰੇ ਪਾਸੇ ਨਾ ਵੀ। ਹਾਂ ਆ ਕਿ ਅਸੀਂ ਇਸ ਤੱਕ ਪਹੁੰਚੇ ਹਾਂ, ਇੰਡੀਆ ਹੈਜ਼ ਕਮ ਏ ਲੌਂਗ ਵੇ। ਪਰ ਮੈਂ ਆਮ ਤੌਰ ਤੇ ਕਹਿੰਦਾ ਰਿਹਾ ਬਾਹਰਲੇ ਮੁਲਕਾਂ ਦੇ ਭਾਸ਼ਣਾਂ 'ਚ ਵੀ ਕਿ ਇੰਡੀਆ ਹੈਜ਼ ਕਮ ਏ ਲੌਂਗ ਵੇ ਬਟ ਵੀ ਆਰ ਸਟਿਲ ਟੂ ਗੋ ਏ ਲੌਂਗ ਵੇ। ਬਹੁਤ ਰਸਤਾ ਹਾਲੇ ਤੈਅ ਕਰਨ ਵਾਲਾ ਪਿਆ। ਕਿਉਂ? ਅੰਬੇਦਕਰ ਸਾਹਿਬ ਨੇ ਸੋਸ਼ਲ ਸਟਰਕਚਰ ਨੂੰ ਬਦਲਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਬਦਲ ਨਹੀਂ ਕੀਤੀ। ਹਿੰਦੂ ਕੋਡ ਬਿੱਲ ਦਾ ਝਗੜਾ ਪਿਆ, ਉਹਨਾਂ ਨੂੰ ਰਿਜ਼ਾਈਨ ਵੀ ਕਰਨਾ ਪਿਆ। ਅੰਬੇਦਕਰ ਨੇ ਆਪਣੀ ਕ੍ਰਿਟਿਸਿਜ਼ਮ ਵੀ ਕੀਤਾ, ਆਪਣੀ ਤਾਕਤ ਵੀ ਦਿਖਾ ਲਈ, ਪਰ ਫਿਰ ਕਰਨਾ ਪਿਆ, ਕੱਟ ਕੇ ਪੀਸਾਂ ਦੇ ਵਿੱਚ ਉਹਨੇ ਕੀਤਾ। ਇਸੇ ਤਰ੍ਹਾਂ ਹੁਣ ਸਾਰੇ ਹਿੰਦੁਸਤਾਨ ਦੇ ਝਗੜੇ, ਉਹ ਚਾਹੇ ਆਡਿਟਰ ਜਨਰਲ ਦੀ ਰਿਪੋਰਟ ਹੋਵੇ ਜਾਂ ਇਲੈਕਸ਼ਨ ਕਮਿਸ਼ਨ ਦਾ ਹੋਵੇ ਜਾਂ ਜੁਡੀਸ਼ਰੀ ਦਾ ਹੋਵੇ, ਆਪਸ ਵਿੱਚ ਤਫਰਕਾਤ ਚੱਲ ਰਹੇ ਆ, ਲੜਾਈ ਝਗੜਾ ਹੋ ਰਿਹਾ, ਪਰ ਇਹ ਸਾਰਾ ਕੁਝ ਬੈਲੈਂਸ, ਚੈਕਸ ਐਂਡ ਬੈਲੈਂਸ ਅੰਬੇਦਕਰ ਨੇ ਕਨਸਟੀਟਿਊਸ਼ਨ 'ਚ ਰੱਖੇ ਹੋਏ ਆ। ਉਹ ਰੱਖੇ ਸੀਗੇ, ਉਹ ਤਾਂ ਹੀ ਚੱਲ ਰਹੇ ਆ, ਉਹ ਤਾਂ ਹੀ ਚੱਲ ਰਹੇ ਆ। ਇੱਕ ਮਿੰਟ, ਹਾਂਜੀ, ਲੈਟ ਮੀ ਕੰਪਲੀਟ। ਪਰ ਅੰਬੇਦਕਰ ਨੇ ਜਿਸ ਵੇਲੇ 26 ਨਵੰਬਰ 1949 ਨੂੰ ਇਹ ਕਨਸਟੀਟਿਊਸ਼ਨ ਜਦੋਂ ਪਾਸ ਹੋਇਆ, ਉਦੋਂ ਉਹਨਾਂ ਨੇ ਇੱਕ ਜਿਹੜੀ ਸਪੀਚ ਕੀਤੀ, ਉਹ 'ਚ ਵਾਰਨਿੰਗ ਦੇ ਦਿੱਤੀ, ਉਹਦੇ ਵਿੱਚ ਹੀ ਵਾਰਨਿੰਗ ਦੇ ਦਿੱਤੀ ਹਾਂਜੀ ਕਿ ਟੁਡੇ ਵੀ ਹੈਵ established a political democracy in India. Political democracy, we have established political democracy in India, but unless and until we transform this political democracy into social and economic democracy, our democracy or freedom has no meaning. ਇਹ ਅੰਬੇਦਕਰ ਨੇ ਖੁਦ ਹੀ ਵਾਰਨਿੰਗ ਕੀਤੀ ਸੀ, ਖੁਦ ਹੀ ਵਾਰਨਿੰਗ ਕੀਤੀ ਸੀ ਉਹਨੇ। ਹਾਂਜੀ। ਅੱਛਾ, ਇਸ ਕਰਕੇ ਬਹੁਤ ਸਾਰੀਆਂ ਚੀਜ਼ਾਂ ਹਾਲੇ ਇੰਪਲੀਮੈਂਟ ਨਹੀਂ ਹੋਈਆਂ। ਜੇ ਇੰਪਲੀਮੈਂਟ ਸਹੀ ਤਰੀਕੇ ਨਾਲ ਕਨਸਟੀਟਿਊਸ਼ਨ ਨੂੰ ਕੀਤਾ ਜਾਵੇ, ਇਮਾਨਦਾਰੀ ਨਾਲ ਕੀਤਾ ਜਾਵੇ, ਤਾਂ ਇਹ ਬਹੁਤ ਅੱਛੀ ਹੈ। ਪਰ ਇਸ਼ੂ ਸਟਰਗਲ ਆ, ਵੈਸਟਰਨ ਇੰਟਰਸਟ ਨਹੀਂ ਹੋਣ ਦਿੰਦੇ, ਉਹ ਸਾਡੇ ਖਿਲਾਫ ਆ, ਉਹ ਸਮਾਜ ਦੇ ਖਿਲਾਫ ਆ। ਦੂਸਰੇ ਜਿਹੜੇ ਵਿਰੋਧੀ ਤਾਕਤਾਂ ਆ, ਜਿਹੜੇ ਕਿ ਅੰਬੇਦਕਰ ਦੇ ਵੀ ਖਿਲਾਫ ਸੀ, ਸਾਰੇ ਹਿੰਦੁਸਤਾਨ ਦੇ ਸਿਸਟਮ ਦੇ ਖਿਲਾਫ ਸੀ, ਜਾਂ ਸੋਸ਼ਲਿਜ਼ਮ ਦੇ ਖਿਲਾਫ ਸੀ, ਜਾਂ ਇਕੁਐਲਿਟੀ ਦੇ ਖਿਲਾਫ ਸੀ, ਉਹ ਤਾਕਤਾਂ ਹਾਲੇ ਵੀ ਕੰਮ ਕਰ ਰਹੀਆਂ। ਤਾਂ ਗੱਲ ਇਹ ਆ ਵੀ ਇਸ ਕਨਸਟੀਟਿਊਸ਼ਨ ਦੇ ਅੰਦਰ ਰਹਿੰਦੇ ਆ, ਅੰਬੇਦਕਰ ਸਾਹਿਬ ਨੇ ਕਿਹਾ ਕਿ ਇਸ ਕਨਸਟੀਟਿਊਸ਼ਨ ਦੇ ਅੰਦਰ ਰਹਿੰਦੇ ਆ ਅਸੀਂ ਆਪਣੀ ਲੜਾਈ ਨੂੰ ਜਾਰੀ ਰੱਖੀਏ। ਉਹ ਦਿਨ ਆਏਗਾ ਜਿਸ ਦਿਨ ਕਿ ਇਹ ਸਾਰੀਆਂ ਜਿਹੜੀ ਉਹਨੇ ਬਣਤਰ ਬਣਾਤੀ ਪ੍ਰੈਂਬਲ ਦੇ ਵਿੱਚ, ਜਸਟਿਸ, ਲਿਬਰਟੀ, ਇਕੁਐਲਿਟੀ, ਔਰ ਸਭ ਤੋਂ ਵੱਡਾ ਕਿਸੇ ਦੁਨੀਆ ਦੇ ਸੰਵਿਧਾਨ ਦੇ ਵਿੱਚ ਇਹ ਗੱਲ ਹੈ ਨਹੀਂ, ਫਰਟਰਨਿਟੀ ਦੀ। ਸਾਡੇ ਸੰਵਿਧਾਨ ਦੇ ਵਿੱਚ ਅੰਬੇਦਕਰ ਦੀ ਵਜ੍ਹਾ ਨਾਲ ਇੱਕ ਨਵਾਂ ਲਫ਼ਜ਼ ਜੋੜਿਆ ਗਿਆ, ਜਿਹੜਾ ਕਿ ਬੁੱਧਾ ਦੀ ਫਿਲਾਸਫੀ ਵਿੱਚ ਵੀ ਫਰਟਰਨਿਟੀ ਦਾ ਵਰਡ ਨਹੀਂ ਹੈ, ਉਹਦੇ ਵਿੱਚ ਸਿਰਫ ਇਕੁਐਲਿਟੀ, ਲਿਬਰਟੀ ਦਾ ਵਰਡ ਹੈ। ਪਰ ਫਰਟਰਨਿਟੀ ਦਾ ਵਰਡ ਅੰਬੇਦਕਰ ਦੀ ਆਪਣੀ ਸੋਚ ਸੀ ਕਿ ਅਗਰ ਹਿੰਦੁਸਤਾਨ ਨੂੰ ਇੱਕ ਭਾਈਚਾਰਾ ਬਣਾਉਣਾ ਆ, ਇੱਕ ਆਪਣਾ ਸਮਾਜ ਬਣਾਉਣਾ ਆ, ਤਾਂ ਫਰਟਰਨਿਟੀ ਦੀ ਲੋੜ ਆ। ਉਹ ਫਰਟਰਨਿਟੀ ਹਾਲੇ ਪੈਦਾ ਨਹੀਂ ਹੋ ਸਕੀ। ਅਨਫੋਰਚੂਨੇਟਲੀ ਇਹ ਅਧੂਰਾ ਰਹਿ ਜਾਏਗਾ ਅੰਬੇਦਕਰ ਸਾਹਿਬ ਦਾ ਸੁਪਨਾ, ਅਗਰ ਇਹ ਫਰਟਰਨਿਟੀ ਪੈਦਾ ਨਾ ਹੋਈ। ਮਨੋਹਰ ਜੀ, ਤੁਸੀਂ ਕੁਝ ਕਹਿਣਾ ਚਾਹੁੰਦੇ, ਪਰ ਹੈ ਨਾ ਆਪਾਂ ਹੁਣ ਬ੍ਰੇਕ ਤੇ ਜਾਣ ਦਾ ਆਪਣਾ ਟਾਈਮ ਹੋਣ ਵਾਲਾ, ਪਰ 2-3 ਮਿੰਟ ਆਪਣੇ ਕੋਲ ਅਜੇ ਪਏ ਨੇ। ਤੁਸੀਂ 2-3 ਮਿੰਟਾਂ 'ਚ ਆਪਣੀ ਗੱਲ ਜਿਹੜੀ ਹੈ ਸਾਡੇ ਦਰਸ਼ਕਾਂ ਨੂੰ ਜਰਾ ਕਲੀਅਰ ਕਰੋ। ਦੇਖੋ, ਵੱਡੀ ਗੱਲ ਇਹ ਆ ਕਿ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਕਨਸਟੀਟਿਊਸ਼ਨ ਜਿਹੜਾ ਉਹ ਲਾਗੂ ਤਾਂ ਹੋ ਗਿਆ 26 ਜਨਵਰੀ 1950 ਨੂੰ, ਲੇਕਿਨ ਉਸ ਤੋਂ ਬਾਅਦ ਜਿੰਨੇ ਵੀ ਉਹਨਾਂ ਨੇ ਪ੍ਰੋਵੀਜ਼ਨ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਸਾਰੇ ਲੋਕਾਂ ਲਈ ਜਿਹੜੇ ਸਪੈਸ਼ਲੀ ਖਾਸ ਕਰਕੇ ਮੈਂ ਸਮਝਦਾ ਕਿ ਅੱਜ ਦੀ ਇਹ ਡਿਸਕਸ਼ਨ ਜਿਹੜੀ ਆ ਉਹ ਸਾਨੂੰ ਫੋਕਸ ਕਰਨਾ ਚਾਹੀਦਾ ਇਸ ਗੱਲ ਤੇ ਕਿ ਉਸ ਵੇਲੇ ਦੇ ਜਿਹੜੇ ਅਨਟੱਚੇਬਲ ਅਛੂਤ ਸੀ, ਜਾਂ ਅੱਜ ਦੇ ਦਲਿਤ ਵਰਗ ਜਿਹੜਾ ਆ, ਜਾਂ ਉਹ ਅਦਰ ਬੈਕਵਰਡ ਕਲਾਸਿਸ ਆ, ਉਹਨਾਂ ਨੂੰ ਖਾਸ ਕਰਕੇ ਇੱਕ ਜਿਹੜਾ ਉਹਨਾਂ ਤੇ ਫੋਕਸ ਕੀਤਾ ਗਿਆ ਸੀ। ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਜਿੱਥੇ ਬਾਕੀ ਸਾਰਿਆਂ ਨਾਲ ਲੜੇ ਆ ਔਰ ਸਾਰਿਆਂ ਲਈ ਉਹਨੇ ਕੰਮ ਕੀਤਾ, ਉੱਥੇ ਉਹਨਾਂ ਨੇ ਇਹਨਾਂ ਦੇ ਖਾਸ ਕਰਕੇ ਇਹਨਾਂ ਲਈ ਕੀਤਾ, ਕਿਉਂਕਿ ਇਹ ਇੱਕ ਐਸਾ ਵੰਚਿਤ ਵਰਗ ਸੀਗਾ ਜਿਹਨੂੰ ਪਹਿਲਾਂ ਰਾਈਟਸ ਜਿਹੜੇ ਨਹੀਂ ਸੀ ਮਿਲੇ, ਔਰ ਉਹਨਾਂ ਨੂੰ ਇਸ ਤਰ੍ਹਾਂ ਇੱਕ ਮਾਰਜਨਲਾਈਜ਼ਡ ਕਰ ਦਿੱਤਾ ਗਿਆ ਸੀਗਾ, ਇੱਕ ਐਸੇ ਲੈਵਲ ਤੇ ਲਾਇਆ ਸੀ ਜਿੱਥੇ ਇਨਸਾਨੀ ਕਦਰਾਂ ਕੀਮਤਾਂ ਦੀ ਵੀ ਗੱਲ ਜਿਹੜੀ ਉਹ ਨਹੀਂ ਸੀ ਹੁੰਦੀ। ਹੁਣ ਸਵਾਲ ਇਹ ਚੀਜ਼ ਦਾ ਸੀਗਾ ਕਿ ਜੋ ਕੁਝ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਆਪਣੀ ਇਹਨੇ ਲੰਬੇ ਸਟਰਗਲ ਦੇ ਬਾਅਦ ਉਸ ਕਨਸਟੀਟਿਊਸ਼ਨ ਦੇ ਵਿੱਚ ਇਨਕਾਰਪੋਰੇਟ ਕੀਤਾ, ਉਹਦੇ 'ਚ ਲਿਖਿਆ, ਅਲੱਗ-ਅਲੱਗ ਉਹਦੇ ਪ੍ਰੋਵੀਜ਼ਨ ਬਣਾਏ, ਔਰ ਸਾਨੂੰ ਉਹ ਸੋਸ਼ਲ ਜਸਟਿਸ ਦਾ ਇੱਕ ਸਭ ਤੋਂ ਵੱਡਾ ਡਾਕੂਮੈਂਟ ਹੈ ਜਿਹੜਾ ਸਾਡੇ ਦੇਸ਼ ਦਾ ਸੰਵਿਧਾਨ ਬਣਿਆ। ਕਿਉਂਕਿ ਇਸ ਤੋਂ ਵੱਡਾ
ਇਹ ਤੋਂ ਵਿਸਤ੍ਰਿਤ ਜਿਹੜਾ ਸੰਵਿਧਾਨ ਦੁਨੀਆ 'ਚ ਸ਼ਾਇਦ ਕਿਸੇ ਮੁਲਕ ਦਾ ਨਹੀਂ ਹੈਗਾ। ਤਾਂ ਉਹਦੇ ਹੋਣ ਦੇ ਬਾਵਜੂਦ ਵੀ ਦੁੱਖ ਦੀ ਗੱਲ ਇਹ ਆ ਕਿ ਅੱਜ ਉਹਦੇ ਐਡੇ ਵੱਡੇ ਸੰਵਿਧਾਨ ਦੇ ਇੰਨੀਆਂ ਆਰਟੀਕਲਸ ਹੋਣ ਦੇ, ਇੰਨੀਆਂ ਡਿਟੇਲਸ ਹੋਣ ਦੇ ਬਾਵਜੂਦ ਵੀ ਜਿਹੜਾ ਸਮਾਜਿਕ ਨਿਆਂ ਆ ਉਹ ਅੱਜ 50 ਤੋਂ ਲੱਗ ਕੇ ਅੱਜ ਦੇਖ ਲਓ 18 ਹੋ ਗਿਆ। ਤਾਂ ਅੱਜ 58 ਸਾਲ ਆਪਣੇ 68 ਈਅਰਸ ਦੇ ਬਾਅਦ ਵੀ ਅੱਜ ਵੀ ਉਹ ਜਸਟਿਸ ਜਿਹੜੀ ਆ ਉਹਦੇ ਲਈ ਲੋਕੀ ਤਰਸ ਰਹੇ ਆ। ਮੈਂ ਜੇ ਘਟਨਾਵਾਂ ਕਹਿਣ ਲੱਗਾ ਤਾਂ ਹਜ਼ਾਰਾਂ ਹੀ ਘਟਨਾਵਾਂ ਜਿਹੜੀਆਂ ਉਹ ਇਹਦੇ ਮੈਂਸ਼ਨ ਕੀਤੀਆਂ ਜਾ ਸਕਦੀਆਂ, ਆਪਾਂ ਸਾਰੇ ਉਹਨੂੰ ਚੰਗੀ ਤਰ੍ਹਾਂ ਜਾਣਦੇ ਹਾਂ। ਸਵਾਲ ਇੱਥੇ ਮੈਂ ਸਮਝਦਾ ਸਭ ਤੋਂ ਇੰਪੋਰਟੈਂਟ ਇਹ ਆ ਕਿ ਨੀਅਤ ਔਰ ਨੀਤੀ ਜਿਹੜੀ ਸਭ ਤੋਂ ਖਤਰਨਾਕ ਚੀਜ਼ ਇਹ ਹੋਈ ਆ ਕਿ ਸਾਡੇ ਰਿਪਰੈਜ਼ੈਂਟੇਟਿਵ ਉੱਥੇ ਜਾ ਕੇ ਬੈਠੇ ਤਾਂ ਹੈ। ਬਾਬਾ ਸਾਹਿਬ ਡਾਕਟਰ ਅੰਬੇਡਕਰ ਜਿਹੜੀ ਰੈਜ਼ਰਵੇਸ਼ਨ ਦੀ ਗੱਲ ਕੀਤੀ ਆ ਉਹ 10 ਸਾਲ ਦੀ ਜਿਹੜੀ ਆ ਉਹ ਪੋਲੀਟੀਕਲ ਰੈਜ਼ਰਵੇਸ਼ਨ ਸੀ। ਉਹ ਸਾਡੇ ਰਿਪਰੈਜ਼ੈਂਟੇਟਿਵ ਜਿਹੜੇ ਉੱਥੇ ਜਾ ਕੇ ਬੈਠੇ ਆ ਉਹ ਸਾਡੀ ਕਿੰਨਾ ਕੁ ਸਾਡੇ ਇੰਟਰਸਟ ਨੂੰ ਉੱਥੇ ਗੱਲ ਕਰਦੇ ਆ, ਇਹ ਬਹੁਤ ਇੰਪੋਰਟੈਂਟ ਗੱਲ ਆ। ਸੈਕੰਡ ਇਸ਼ੂ ਹੈ ਕਿ ਜਿਹੜੇ ਇੰਪਲੀਮੈਂਟ ਕਰਨ ਵਾਲੀ ਏਜੰਸੀ ਜਾਂ ਸਰਕਾਰ ਹੈ ਉਹ ਜਿਹੜੀ ਨੀਤੀ ਸਾਡੇ ਲਈ ਬਣੀ ਆ ਉਹ ਕਿੰਨੀ ਕੁ ਨੀਅਤ ਨਾਲ ਉਹਨੂੰ ਇੰਪਲੀਮੈਂਟ ਕਰਦੀ ਆ, ਇਹ ਬੜਾ ਡਿਬੇਟੇਬਲ ਕੁਐਸਚਨ ਹੈ। ਔਰ ਇਹ ਮੇਨ ਫੋਕਸ ਸਾਡਾ ਇਹ ਤੇ ਹੋਣਾ ਚਾਹੀਦਾ ਕਿਉਂਕਿ ਸਾਰਾ ਚੀਜ਼ ਇੱਥੇ ਖੜੀ ਆ ਕੇ ਕਿ ਉਹਨੂੰ ਇੰਪਲੀਮੈਂਟ ਕਰਨ ਦੀ ਨੀਅਤ ਹੀ ਨਾ ਅਗਰ ਹੋਵੇ ਤੇ ਸਾਡੇ ਲੋਕਾਂ ਨੂੰ ਕੁਝ ਵੀ ਅਚੀਵ ਨਹੀਂ ਹੋਏਗਾ, ਲੋਕਾਂ ਦੇ ਪੱਲੇ ਕੁਝ ਨਹੀਂ ਪਏਗਾ। ਮਨੋਹਰ ਲਾਲ ਜੀ ਤੁਹਾਡੀ ਗੱਲ ਨਾਲ ਮੈਂ ਬਿਲਕੁਲ ਸਹਿਮਤ ਹਾਂ ਔਰ ਜਿੰਨੇ ਵੀ ਤੁਸੀਂ ਸਾਰੇ ਨੇ ਮੇਰੇ ਨਾਲ ਅੱਜ ਵਿਚਾਰ ਕੀਤੇ ਬਹੁਤ ਵਧੀਆ ਲੱਗਿਆ। ਜਿੰਨੇ ਵੀ ਗੁਣਵੰਤੇ ਸੱਜਣ ਜਿਨ੍ਹਾਂ ਕੋਲ ਬਹੁਤ ਸਾਰਾ ਗੁਣ ਵਾਲੀਆਂ ਗੱਲਾਂ ਮੈਂ ਵੀ ਸੁਣੀਆਂ ਔਰ ਤੁਸੀਂ ਵੀ ਦੇਖ ਰਹੇ ਹੋਵੋਗੇ। ਔਰ ਹੁਣ ਆਪਾਂ ਚੱਲਦੇ ਹਾਂ ਜਿਹੜੇ ਅੱਜ ਕੱਲ੍ਹ ਦੇ ਟੌਪਿਕ ਚੱਲ ਰਹੇ ਨੇ ਸੰਵਿਧਾਨ ਬਾਰੇ, ਤਾਂ ਕਿ ਸਾਡੇ ਜਿਹੜੇ ਬਾਹਰ ਬੈਠੇ ਆ, ਸਾਡੇ ਜਿਹੜੇ ਭੈਣ ਭਰਾ ਬਾਹਰ ਦੂਰ ਯੂਰਪ ਦੇ ਵਿੱਚ, ਇੰਗਲੈਂਡ, ਕੈਨੇਡਾ, ਅਮਰੀਕਾ 'ਚ ਬੈਠੇ, ਉਹਨਾਂ ਬਾਰੇ ਜਾਣਕਾਰੀ ਦਿੱਤੀ ਜਾਵੇ। ਤੇ ਕਿਉਂਕਿ ਹੁਣ ਨਾਲ ਮੇਰੇ ਜਿਹੜੇ ਗੁਣਵੰਤੇ ਸੱਜਣ ਬੈਠੇ ਹੋਏ ਨੇ, ਇਹਨਾਂ ਤੋਂ ਇਲਾਵਾ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਕੋਈ ਹੋਰ ਇਹਨਾਂ ਬਾਰੇ ਸਹੀ ਜਾਣਕਾਰੀ ਦੇਵੇਗਾ। ਸਭ ਤੋਂ ਪਹਿਲਾਂ ਮੈਂ ਚੱਲਦਾ ਜੀ ਸੰਤੋਖ ਲਾਲ ਵਿਰਦੀ ਜੀ ਵੱਲ। ਵਿਰਦੀ ਜੀ, ਤੁਹਾਨੂੰ ਪਤਾ ਪਿੱਛੇ ਜੇ ਬੜੀਆਂ ਖਬਰਾਂ ਚੱਲੀਆਂ, ਸੰਵਿਧਾਨ ਚਲਾਉਣ ਦੀ ਗੱਲ ਵੀ ਚੱਲੀ ਗਈ, ਸੰਵਿਧਾਨ ਨੂੰ ਬਦਲਣ ਦੀ ਗੱਲ ਵੀ ਚੱਲੀ ਗਈ। ਇਹ ਸਾਰੀਆਂ ਜਿੰਨੀਆਂ ਘਟਨਾਵਾਂ ਹੋਈਆਂ, ਇਹ ਸੰਵਿਧਾਨ ਬਦਲਾਉਣ ਦੀ ਸੋਚ ਕੀ ਸੀਗੀ ਔਰ ਜੇ ਇਹ ਸੋਚ ਕੋਈ ਸੀਗੀ ਤਾਂ ਕੀ ਇਹ ਸਹੀ ਸੀਗੀ ਸੋਚ? ਜੇ ਨਹੀਂ ਸਹੀ ਸੀਗੀ ਤਾਂ ਕਿਉਂ ਸਹੀ ਨਹੀਂ ਸੀਗੀ ਔਰ ਆਪਣੇ ਸਮਾਜ ਨੂੰ ਇਹਦੇ ਵਾਸਤੇ ਕੀ ਕਰਨਾ ਚਾਹੀਦਾ? ਬੰਗੜ ਸਾਹਿਬ, ਜਿਹੜੀ ਸੰਵਿਧਾਨ ਦੀ ਗੱਲ ਹੈਗੀ ਆ ਬਦਲਣ ਦੀ, ਦੋ ਗੱਲਾਂ ਹੁੰਦੀਆਂ। ਇੱਕ ਅਮੈਂਡਮੈਂਟ ਹੁੰਦੀ ਆ, ਹਾਂਜੀ, ਸਮੇਂ ਦੇ ਮੁਤਾਬਕ ਜਿਹੜੀ ਅਮੈਂਡਮੈਂਟ ਸੰਵਿਧਾਨ 'ਚ ਹੋ ਸਕਦੀ ਆ, ਸੋਧ। ਪਰ ਜਿਹੜੀ ਸੰਵਿਧਾਨ, ਭਾਰਤੀ ਸੰਵਿਧਾਨ ਨੂੰ ਬਦਲਣ ਦੀ ਗੱਲ ਆ, ਇਹਦਾ ਜਿਹੜਾ ਬੇਸਿਕ ਸਟਰਕਚਰ ਹੈ ਨਾ, ਆਜ਼ਾਦੀ, ਸਮਾਨਤਾ, ਭਾਈਚਾਰਾ ਤੇ ਨਿਆਂ, ਇਹਨੂੰ ਨਹੀਂ ਬਦਲਿਆ ਜਾ ਸਕਦਾ, ਜਿਹੜਾ ਬੇਸਿਕ ਆ। ਤੇ ਉਹਨਾਂ ਨੇ ਇਹ ਜਿਹੜਾ ਹੈਗਾ, ਸਰਕਾਰਾਂ ਜਿਹੜੀਆਂ ਆ ਰਹੀਆਂ ਇਹ ਦੇਸ਼ ਦੇ ਵਿੱਚ, ਉਹਨਾਂ ਨੂੰ ਪਤਾ ਵੀ ਇਹ ਸੰਵਿਧਾਨ ਦੇ ਨਾਲ ਜਿਹੜੇ ਦੇਸ਼ ਦੇ ਦਲਿਤ ਆ, ਸ਼ੋਸ਼ਿਤ ਆ, ਮਜ਼ਦੂਰ ਆ, ਗਰੀਬ ਆ, ਔਰਤਾਂ ਆ, ਉਹਨਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹੈਗੀਆਂ ਔਰ ਇਹ ਸੰਵਿਧਾਨ ਕਰਕੇ ਹੀ ਇਹ ਜਿਹੜੇ ਲੋਕ ਆ ਕੁਝ ਅੱਗੇ ਆਏ ਹੈਗੇ ਆ। ਹੁਣ ਜਿੱਦਾਂ ਸੰਵਿਧਾਨ ਦੇ ਵਿੱਚ ਉਸ ਵੇਲੇ ਜਿਹੜਾ ਆਰਟੀਕਲ 341 ਆ, ਉਹਦੇ 'ਚ ਲਿਖਿਆ ਵੀ ਜਿਹੜੇ ਬੈਕਵਰਡ ਲੋਕ ਆ 52% ਦੇਸ਼ ਦੇ, ਉਹਨਾਂ ਨੂੰ ਨੁਮਾਇੰਦਗੀ ਮਿਲਣੀ ਚਾਹੀਦੀ ਆਬਾਦੀ ਦੇ ਮੁਤਾਬਕ। ਔਰ ਇਹ ਦੇਸ਼ ਦਾ ਅੱਧਾ ਹਿੱਸਾ ਔਰਤ ਆ, ਡਾਕਟਰ ਅੰਬੇਡਕਰ ਨੇ ਕਿਹਾ ਬਈ ਉਹਨਾਂ ਨੂੰ ਰਿਜ਼ਰਵੇਸ਼ਨ ਮਿਲਣੀ ਚਾਹੀਦੀ ਆ। ਪਰ ਮੌਕੇ ਦੀਆਂ ਸਰਕਾਰਾਂ ਨੇ ਸੰਵਿਧਾਨ ਨੂੰ ਬਦਲਿਆ ਨਹੀਂ, ਪਰ ਉਹ ਜਿਹੜੇ ਉਹਨਾਂ ਦੇ ਰਾਈਟ ਆ ਔਰਤਾਂ ਦੇ ਤੇ ਇਹਨਾਂ ਬੈਕਵਰਡ ਲੋਕਾਂ ਦੇ, ਉਸ ਤੇ ਪਹਿਰਾ ਨਹੀਂ ਦਿੱਤਾ, ਉਹ ਇੰਪਲੀਮੈਂਟ ਨਹੀਂ ਕੀਤਾ। ਹੁਣ ਜਿਹੜੀ ਸਥਿਤੀ ਇੱਦਾਂ ਦੀ ਬਣ ਗਈ ਆ ਦੇਸ਼ ਦੇ ਵਿੱਚ, ਬਈ ਸੰਵਿਧਾਨ ਨੂੰ ਨਾ ਛੇੜੋ, ਸੰਵਿਧਾਨ ਨੂੰ ਛੇੜਨ ਦੀ ਲੋੜ ਨਹੀਂ, ਪਿਆ ਰਹਿਣ ਦਿਓ ਜਿੱਥੇ ਪਿਆ। ਪਰ ਮਨ ਮਰਜ਼ੀ ਨਾਲ ਰਾਜ ਕੀਤੇ ਜਾ ਰਹੇ ਆ, ਮਨ ਮਰਜ਼ੀ ਨਾਲ ਰਾਜ ਕੀਤੇ ਜਾ ਰਹੇ ਆ। ਇਹ ਜਿਹੜੀ ਡਾਕਟਰ ਅੰਬੇਡਕਰ ਰਿਜ਼ਰਵੇਸ਼ਨ ਦੇ ਬਹੁਤ ਖਿਲਾਫ ਸੀਗੇ, ਪਰ ਇਹਨਾਂ ਨੇ ਕਿਉਂਕਿ ਜ਼ਮੀਨ ਨਹੀਂ ਦੇਣੀ ਚਾਹੀ, ਵਪਾਰ ਨਹੀਂ ਦੇਣਾ ਚਾਹਿਆ, ਹੋਰ ਹਿੱਸੇਦਾਰੀ ਨਹੀਂ ਦੇਣੀ ਚਾਹੀ, ਤਾਂ ਇਹਨਾਂ ਨੇ ਰਿਜ਼ਰਵੇਸ਼ਨ ਦੇ ਰਾਹੀਂ ਡਾਕਟਰ ਅੰਬੇਡਕਰ ਨੇ ਕਿਹਾ ਵੀ ਇਹ ਜਿਹੜੇ ਰਿਜ਼ਰਵੇਸ਼ਨ ਹੈ ਨਾ, ਇਹਦੇ ਰਾਹੀਂ ਚੰਦ ਜਿਹੜੇ ਚਮਚੇ ਪੈਦਾ ਹੋਣੇ ਹੈਗੇ ਔਰ ਪਾਰਟੀਆਂ ਨੇ ਉਹਨੂੰ ਟਿਕਟ ਦੇਣੀ ਹੈਗੀ ਜਿਹੜਾ ਉਹਨਾਂ ਦੇ ਪਿੱਛੇ ਬਲਾਈਂਡਲੀ ਚੱਲੂਗਾ, ਆਪਣਾ ਦਿਮਾਗ ਅਪਲਾਈ ਨਹੀਂ ਕਰੂਗਾ। ਔਰ ਇਸ ਕਰਕੇ ਇਹ ਜਿਹੜੀਆਂ ਗੱਲਾਂ ਹੋਣੀਆਂ ਚਾਹੀਦੀਆਂ ਸੀ ਦੇਸ਼ ਦੇ ਵਿੱਚ, ਇਹ ਜਿਹੜੀ ਔਰਤਾਂ ਨੂੰ ਅੱਜ ਰਿਜ਼ਰਵੇਸ਼ਨ ਮਿਲੀ ਆ, ਇਹ 1/3 ਵੀ ਆ, ਕਈ ਜਗ੍ਹਾ 50% ਵੀ ਹੈਗੀ ਆ, ਇਹ ਗੱਲ 1950 'ਚ ਹੀ ਹੋਣੀ ਚਾਹੀਦੀ ਸੀ। ਪਰ ਇਹ ਜਿਹੜੇ ਰਿਜ਼ਰਵ ਸੀਟਾਂ ਦੇ ਉੱਤੇ 127 MLA MP ਬਣਦੇ ਹੈਗੇ ਆ, 1000 MLA ਬਣਦੇ ਹੈਗੇ, ਇਹਨਾਂ ਨੇ ਕਦੇ ਵੀ ਸੰਵਿਧਾਨ ਜਿਹੜੀ ਡਾਕਟਰ ਅੰਬੇਡਕਰ ਜਿੱਦਾਂ ਦਾ ਬਣਾਉਣਾ ਚਾਹੁੰਦੇ ਸੀ ਸਮਾਜ ਨੂੰ, ਉਹ 'ਤੇ ਪਹਿਰਾ ਨਹੀਂ ਦਿੱਤਾ ਹੈਗਾ।
ਔਰ ਇਸੇ ਕਰਕੇ ਇਸੇ ਤਰ੍ਹਾਂ ਹੋ ਰਹੀਆਂ ਗੱਲਾਂ। ਹੁਣ ਬਾਕੀ ਜਿਹੜੀਆਂ ਬੈਕਵਰਡ ਕਲਾਸਾਂ ਦੀ ਹੈ, ਨਹੀਂ, ਪਰ ਮੇਰਾ ਸਵਾਲ ਇਹ ਆ ਕਿ ਜਿਹੜਾ ਸੰਵਿਧਾਨ ਬਦਲਣ ਦੇ ਪਿੱਛੇ ਸੋਚ ਕੀ ਸੀ ਸੋਚ ਔਰ ਕਿਉਂ ਸੀਗੀ ਉਹ? ਹਾਂ, ਜਿਹੜੀ ਸੋਚ ਇਹ ਹੈਗੀ ਆ ਬਈ ਇਹ ਦੇਸ਼ ਜਿਹੜਾ ਨਾ, ਇੱਕ ਕਾਨੂੰਨ ਹੁੰਦਾ, ਇੱਕ ਸਮਾਜ ਹੁੰਦਾ। ਹੂੰ ਕਾਨੂੰਨ ਭਾਵੇਂ ਜਿੰਨਾ ਮਰਜ਼ੀ ਪ੍ਰਭਾਵਸ਼ਾਲੀ ਹੋਵੇ, ਜੇ ਸਮਾਜ ਉਹਨੂੰ ਨਹੀਂ ਮੰਨਦਾ ਉਸ ਕਾਨੂੰਨ ਦੀ ਕੋਈ ਵੈਲਿਊ ਨਹੀਂ। ਹੁਣ ਭਾਰਤੀ ਸੰਵਿਧਾਨ ਦਾ ਜਿਹੜਾ ਆਰਟੀਕਲ 17 ਆ, ਉਹ ਇਹ ਦੇਸ਼ ਦੇ ਵਿੱਚ ਜਿਹੜੀ ਛੂਆ-ਛਾਤ ਹੈ ਉਹਨੂੰ ਖਤਮ ਕਰਦਾ ਹੈ। ਪਰ 68 ਸਾਲ ਬੀਤ ਗਏ ਹੈਗੇ ਆ, ਅਜੇ ਵੀ ਆ ਰਾਜਸਥਾਨ ਚ ਪਰਸੋਂ ਦੀ ਗੱਲ ਆ, ਉਹਨੂੰ ਘੋੜੇ ਤੇ ਨਹੀਂ ਚੜ੍ਹਨ ਦਿੱਤਾ। ਹਾਂ, ਇਹ ਤਾਂ ਕਾਫੀ ਖਬਰਾਂ ਆ ਰਹੀਆਂ। ਅਜੇ ਵੀ ਨਹੀਂ। ਇਹ ਹੁਣ ਇਹਦਾ ਜ਼ਿੰਮੇਵਾਰ ਕੌਣ ਹੈ? ਆ ਪਿੱਛੇ ਦਲਿਤ ਲੋਕਾਂ ਨੂੰ ਨੰਗੇ ਕਰ ਕਰਕੇ ਕੁੱਟਿਆ ਗਿਆ। ਹੁਣ ਸੰਵਿਧਾਨ ਜਿਹੜਾ ਉਹਨਾਂ ਨੂੰ ਜਿਹੜਾ ਆਰਟੀਕਲ 14, 15 ਇਹ ਸਾਰੇ ਰਾਈਟ ਦਿੰਦਾ ਹੈਗਾ ਬਰਾਬਰਤਾ ਦੇ, ਪਰ ਉਹਨਾਂ ਨੂੰ ਬਰਾਬਰਤਾ ਮਾਨਣ ਨਹੀਂ ਦਿੱਤੀ ਜਾ ਰਹੀ। ਤੇ ਇਹ ਜਿਹੜੇ ਰਿਜ਼ਰਵ ਸੀਟਾਂ ਦੇ ਉੱਤੇ 127 ਐਮਐਲਏ ਤੇ 1027 ਐਮਪੀ ਤੇ 1000 ਐਮਐਲਏ ਹੈਗੇ ਆ, ਇਹ ਸਿਰਫ ਪਾਰਟੀਆਂ ਦੇ ਹੱਥ ਠੋਕਾ ਹੈਗੇ ਆ। ਜਿਹੜੀ ਮਰਜ਼ੀ ਇਹ ਪਾਰਟੀ 'ਚ ਹੋਣ, ਜੋ ਪਾਰਟੀਆਂ ਕਹਿੰਦੀਆਂ ਉਹੀ ਇਹ ਕਰਦੇ ਹੈਗੇ ਆ। ਤੇ ਇਸ ਕਰਕੇ ਇਹ ਜਿਹੜਾ ਸੰਵਿਧਾਨ ਹੈਗਾ ਆ ਨਾ, ਇਹਦੇ ਤੇ ਪਹਿਰਾ ਨਹੀਂ ਦਿੱਤਾ ਜਾ ਰਿਹਾ। ਹਾਂਜੀ ਰਮੇਸ਼ ਜੀ, ਮੈਂ ਤੁਹਾਡੇ ਵੱਲ ਹੀ ਆਉਣ ਲੱਗਾ ਸੀਗਾ। ਇਸੇ ਗੱਲ ਨੂੰ ਮੈਂ ਐਕਸਪੈਂਡ ਕਰਾਂ ਹਾਂ, ਕਿਉਂਕਿ ਮੇਰਾ ਜਿਹੜਾ ਮੈਨੂੰ ਅਜੇ ਤੱਕ ਉਹ ਜਵਾਬ ਨਹੀਂ ਮਿਲ ਰਿਹਾ। ਜੀ ਮੈਂ ਦੱਸਦਾ। ਹਾਂਜੀ। ਮੇਰੀ ਸਮਝ ਜੋ ਆਉਂਦੀ ਗੱਲ। ਹਾਂ, ਇੱਕ ਮਿੰਟ ਲਈ ਹਾਂਜੀ ਹਾਂਜੀ। ਜਿਹੜੀ ਬਦਲਣ ਦੀ ਗੱਲ ਆ ਤੁਹਾਡੀ, ਦੇਖੋ ਇੰਡੀਆ ਜਿਹੜਾ ਆ, ਇਹਦੇ ਵਿੱਚ ਜੇ ਸੰਵਿਧਾਨ ਨੂੰ ਤੁਸੀਂ ਸੋਧ ਕਰਨੀ, ਬਦਲਣ ਦੀ ਤਾਂ ਗੱਲੇ ਹੀ ਛੱਡੋ, ਬਦਲਣਾ ਨਹੀਂ। ਜਿੱਦਣ ਹੀ ਨਹੀਂ ਸੰਵਿਧਾਨ ਬਦਲਿਆ, ਰਿਵੋਲਟ ਹੋ ਜਾਏਗਾ ਇਹ ਦੇਸ਼ ਦੇ ਵਿੱਚ, ਕ੍ਰਾਂਤੀ ਹੋ ਜਾਏਗੀ। ਇਸ ਲਈ ਬਦਲਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਰਹੀ ਗੱਲ ਸੋਧ ਦੀ, ਸੋਧ ਵੀ ਜਿਹੜੀ ਆ, ਪਹਿਲਾਂ ਲੋਕ ਸਭਾ 'ਚ 2/3 ਮੈਜੋਰਟੀ ਹੋਵੇ, ਉਸ ਤੋਂ ਬਾਅਦ ਰਾਜਿਆ ਸਭਾ 'ਚ 2/3 ਮੈਜੋਰਟੀ ਹੋਵੇ, ਉਸ ਤੋਂ ਬਾਅਦ ਜਿਹੜੀਆਂ ਸਟੇਟਾਂ ਉਹਨਾਂ ਦੇ ਵਿੱਚ 2/3 ਮੈਜੋਰਟੀ ਹੋਵੇ, ਜਿਹੜੀ ਪੋਸੀਬਲ ਹੀ ਨਹੀਂ ਹੈ। ਇਸ ਲਈ ਸੰਵਿਧਾਨ ਨੂੰ ਨਹੀਂ। ਹਾਂਜੀ ਰਮੇਸ਼ ਜੀ, ਇਸੇ ਗੱਲ ਨੂੰ ਅੱਗੇ ਵਧਾਉਂਦੇ ਹਾਂ। ਮੇਰੀ ਸੋਚ ਇਹ ਆ ਕਿ ਇਹ ਜਿਹੜੀ ਡਿਸਕਸ਼ਨ ਚੱਲ ਰਹੀ ਆ, ਜਾਂ ਇੱਕ ਕੰਟਰੋਵਰਸੀ ਚੱਲ ਰਹੀ ਆ, ਜਾਂ ਇੱਕ ਕੰਸਪੀਰੇਸੀ ਚੱਲ ਰਹੀ ਆ ਕਿ ਵਿਧਾਨ ਨੂੰ ਬਦਲਿਆ ਜਾਵੇ, ਇਹ ਫੈਕਟ ਆ ਕਿ ਇਦਾਂ ਦੇ ਐਲੀਮੈਂਟ ਸਾਡੇ ਸਮਾਜ 'ਚ ਵੀ ਆ, ਸਾਡੇ ਪੋਲਿਟਿਕਸ 'ਚ ਵੀ ਹੈਗੇ ਆ। ਇੱਕ ਲੋਕ ਹਿੰਦੁਸਤਾਨ ਨੂੰ ਸੈਕੂਲਰ ਨਹੀਂ ਬਣਾਉਣਾ ਚਾਹੁੰਦੇ, ਉਹ ਹਿੰਦੂ ਰਾਜ ਬਣਾਉਣਾ ਚਾਹੁੰਦੇ ਆ, ਉਹ ਵਿਧਾਨ ਨੂੰ ਬਦਲਣ ਦੀਆਂ ਗੱਲਾਂ ਕਰਦੇ ਆ। ਜੇ ਸਮਾਜ ਨੂੰ, ਉਹ ਸਮਾਜ ਨੇ, ਬੜੇ ਸਮਾਜ ਨੇ ਦਬਾ ਕੇ ਰੱਖਿਆ ਸੀ, ਗਰੀਬ ਜਨਤਾ ਨੂੰ, ਦਲਿਤਾਂ ਨੂੰ, ਮਜਲੂਮਾਂ ਨੂੰ ਸੋਸ਼ਲੀ ਬੈਕਵਰਡ ਕਰਕੇ ਰੱਖਿਆ ਸੀਗਾ, ਉਹ ਉਹਨਾਂ ਨੂੰ ਚੁੱਭਦਾ ਜਦੋਂ ਉਹਨਾਂ ਦੇ ਬਰਾਬਰ ਆ ਕੇ ਬਹਿੰਦੇ ਆ। ਇਹ ਸਾਰੇ ਕੌਨਫਲਿਕਟ ਆ, ਇਹ ਸਾਰੇ ਕੌਨਫਲਿਕਟ ਆ। ਪਰ ਮੈਂ ਇਸ ਗੱਲ ਨਾਲ ਬੜਾ ਸਹਿਮਤ ਆ ਇਹਨਾਂ ਨਾਲ, ਬਿਰਦੀ ਸਾਹਿਬ ਨਾਲ, ਕਿ ਜਿੰਨੇ ਵੀ ਕਿਸ ਕਨਸਟੀਟਿਊਸ਼ਨ ਦੇ ਫੰਡਾਮੈਂਟਲਸ ਨੂੰ, ਕਨਸਟੀਟਿਊਸ਼ਨ ਨੂੰ ਬਦਲਣ ਦੀ ਕੋਸ਼ਿਸ਼ ਕੀਤੀ, ਇੱਕ ਰੈਵੂਲੇਸ਼ਨ ਆਏਗਾ, ਇੱਕ ਕ੍ਰਾਂਤੀ ਆਏਗੀ। ਮੈਂ ਤਾਂ ਇਹ ਕਹਿੰਦਾ ਦੈਟ ਵਿਲ ਬੀ ਅ ਬਲੱਡੀ ਰੈਵੂਲੇਸ਼ਨ। ਇਹ ਵਾਰਨਿੰਗ ਸੀ। ਅੰਬੇਦਕਰ ਸਾਹਿਬ ਨੇ ਬਲੱਡੀ ਰੈਵੂਲੇਸ਼ਨ ਦੀ ਗੱਲ ਨਹੀਂ ਕੀਤੀ। ਉਹ ਇੱਕ ਸ਼ਾਂਤੀ ਪ੍ਰਿਆ ਆਦਮੀ ਸੀ। ਉਹ ਸ਼ਾਂਤੀ ਪ੍ਰਿਆ ਕਨਸਟੀਟਿਊਸ਼ਨ ਹੀ ਆ। ਜਿੰਨੇ ਵੀ ਕਿਸੇ ਨੇ ਇਹਨੂੰ ਬਦਲਣ ਦੀ ਕੋਸ਼ਿਸ਼ ਕੀਤੀ, ਕਨਸਟੀਟਿਊਸ਼ਨ ਦੀ ਜਿਹੜਾ ਬੇਸਿਕ ਫਰੇਮਵਰਕ ਆ, ਇੱਥੇ ਹਿੰਦੁਸਤਾਨ 'ਚ ਬਿਲਕੁਲ ਨਹੀਂ ਚੱਲੇਗਾ। ਰਮੇਸ਼ ਜੀ, ਮੈਂ ਤੁਹਾਡੀ ਗੱਲ ਇੱਕ ਵਧਾ ਰਿਹਾ। ਹਾਂਜੀ, ਦੇਖੋ ਪਿੱਛੇ ਜਿਹੜਾ SC/ST ਐਕਟ ਆ, ਉਹ ਸੰਵਿਧਾਨ ਦੇ ਵਿੱਚ ਆ। ਉਹਦੇ ਵਿੱਚ ਆਪਾਂ ਚਰਚਾ ਕਰਨੀ ਆ, ਪਰ ਤੁਸੀਂ ਇਹਨੂੰ ਪਹਿਲਾਂ ਖਤਮ ਹੋ ਲੈਣਾ, ਆਪਾਂ ਬਾਅਦ ਚ ਕਰਾਂਗੇ। ਇਹਦੇ ਨਾਲ ਜੁੜਦੀ ਮੈਂ ਤਾਂ ਹਾਂਜੀ ਹਾਂਜੀ, ਚਲੋ। ਉਹ ਹੁਣ ਸੰਵਿਧਾਨ ਜਿਹੜਾ ਸੁਪਰੀਮ ਕੋਰਟ ਨੇ, ਉਹ ਦਾ ਕੰਮ ਜਿਹੜਾ ਆ, ਉਹ ਕਾਨੂੰਨ ਦੀ ਵਿਆਖਿਆ ਕਰਨਾ ਹੈ, ਕਾਨੂੰਨ ਬਣਾਉਣਾ ਹੈ। ਕਾਨੂੰਨ ਪਾਰਲੀਮੈਂਟ ਤੇ ਅਸੈਂਬਲੀਆਂ ਨੇ ਬਣਾਉਣਾ। ਪਰ ਸੁਪਰੀਮ ਕੋਰਟ ਨੇ ਉਸ ਜਿਹੜਾ SC/ST ਐਕਟ ਸੀ, ਉਹਨੂੰ ਪ੍ਰਭਾਵਹੀਣ ਕਰ ਦਿੱਤਾ। ਤਾਂ ਦੇਸ਼ ਦੇ ਵਿੱਚ 2 ਅਪ੍ਰੈਲ ਨੂੰ ਕ੍ਰਾਂਤੀ ਖੜੀ ਹੋ ਗਈ। ਬਿਲਕੁਲ। ਜਿਹੜੀ ਵਰਲਡ ਦੀਆਂ ਕ੍ਰਾਂਤੀਆਂ, ਵਰਲਡ ਦੀਆਂ ਕ੍ਰਾਂਤੀਆਂ, ਫ੍ਰੈਂਚ ਦੀ ਕ੍ਰਾਂਤੀ ਹੈਗੀ ਆ, ਸਿੱਖ ਸਾਰਾਗੜੀ ਦੀ ਜਿਹੜੀ ਕ੍ਰਾਂਤੀ ਹੈਗੀ, ਉਸ ਤੋਂ ਬਾਅਦ ਦੁਨੀਆ ਦੇ ਮੰਨਿਆ ਜਿਹੜੀ 2 ਅਪ੍ਰੈਲ ਨੂੰ ਕ੍ਰਾਂਤੀ ਹੋਈ ਹੈਗੀ, ਇਹ ਤੀਜੀ ਕ੍ਰਾਂਤੀ ਆ। ਮੈਂ ਇੱਕ ਗੱਲ ਦੱਸਣਾ ਚਾਹੁੰਦਾ, ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦਾ ਪਤਾ ਨਹੀਂ। ਕਨਸਟੀਟਿਊਸ਼ਨ ਬਦਲਿਆ ਗਿਆ, ਕਨਸਟੀਟਿਊਸ਼ਨ ਸਵਰਨ ਸਿੰਘ ਕਮੇਟੀ ਨੇ ਬਦਲਿਆ। ਸਾਡੀ ਪ੍ਰੀਐਂਬਲ ਦੇ ਵਿੱਚ ਸੈਕੂਲਰ ਸੋਸ਼ਲਿਜ਼ਮ ਦੇ ਵਰਡ ਆਏ। ਇੱਕ ਸੋਧ ਕਹਿ ਸਕਦੇ ਆਪਾਂ। ਹਾਂ, ਸੋਧ ਕੀਤੀ, ਅਮੈਂਡਮੈਂਟ ਕੀਤੀ। ਹਾਂਜੀ, ਅਮੈਂਡਮੈਂਟ ਕੀਤੀ। ਮੈਂ ਗੱਲ, ਬੜੀ ਇੰਟਰਸਟਿੰਗ ਗੱਲ ਸੁਣਾਉਂਦਾ ਤੁਹਾਨੂੰ ਮੈਂ। ਉਸ ਤੋਂ ਬਾਅਦ ਵਾਜਪਾਈ, ਅਟਲ ਬਿਹਾਰੀ ਵਾਜਪਾਈ ਦੀ ਪ੍ਰਾਈਮ ਮਿਨਿਸਟਰ ਇੱਕ ਕਮੇਟੀ ਬਣਾਈ ਕਿ ਕਨਸਟੀਟਿਊਸ਼ਨ ਰਿਵਿਊ ਕਰਨ ਦੀ ਕਮੇਟੀ ਬਣਾਈ। ਹੁਣ ਵੀ ਉਹ ਗੱਲਾਂ ਚੱਲੀਆਂ
ਹਾਂ ਉਹਦੇ ਖਿਲਾਫ ਆਰਐਸਐਸ ਨੇ ਵੀ ਕਿਹਾ, ਬੀਜੇਪੀ ਨੇ ਵੀ ਕਿਹਾ, ਕਿਸੇ ਕੋ ਹਿੰਮਤ ਨਹੀਂ ਹੈ ਕਹਿੰਦੇ ਕਿ ਹਾਂ ਅਸੀਂ ਕਨਸਟੀਟਿਊਸ਼ਨ ਨੂੰ ਬਦਲਣਾ ਚਾਹੁੰਦੇ ਹਾਂ, ਚਾਹੇ ਵਿੱਚੋਂ ਬਦਲਣਾ ਚਾਹੁੰਦੇ ਹੀ ਹੋਣ, ਪਰ ਕਿਸੇ ਦੀ ਹਿੰਮਤ ਨਹੀਂ। ਇਹ ਹਿੰਮਤ ਕਿਹਨੇ ਪੈਦਾ ਕੀਤੀ? ਬਾਬਾ ਸਾਹਿਬ ਕਨਸਟੀਟਿਊਸ਼ਨਲ ਸੈਟਅਪ ਕਿਹਨੇ ਪੈਦਾ ਕੀਤਾ? ਉਹ ਬਾਬਾ ਸਾਹਿਬ ਨੇ ਪੈਦਾ ਹਾਂਜੀ, ਕੀਤਾ। ਹਾਂਜੀ। ਇੱਕ ਇੰਟਰਸਟਿੰਗ ਗੱਲ ਸੁਣਨਾ ਚਾਹੁੰਦਾ, ਜਿਸ ਵੇਲੇ ਸਾਡੇ ਪ੍ਰੈਂਬਲ ਦੇ ਵਿੱਚ ਨਾ ਸੋਸ਼ਲਿਸਟ ਵਰਡ ਸੀ ਨਾ ਸੈਕੂਲਰ ਵਰਡ ਸੀ, ਤਾਂ ਕਨਸਟੀਟਿਊਸ਼ਨ ਅਸੀਂ ਕਹਿੰਦੇ ਸੀ ਸਾਨੂੰ ਸੈਕੂਲਰ ਆ। ਅੰਬੇਦਕਰ ਸਾਹਿਬ ਕਹਿੰਦੇ ਸੀ ਸਾਡਾ ਕੰਟਰੀ ਸੈਕੂਲਰ ਆ। ਤਾਂ ਕਿਸੇ ਨੇ ਕਨਸਟੀਟਿਊਸ਼ਨ ਅਸੈਂਬਲੀ 'ਚ ਸਵਾਲ ਪੁੱਛਿਆ ਬਾਬਾ ਸਾਹਿਬ ਨੂੰ ਕਿ ਬਾਬਾ ਸਾਹਿਬ ਤੁਸੀਂ ਇਹ ਕਹਿੰਦੇ ਆ ਵੀ ਸਾਡਾ ਕੰਟਰੀ ਸੈਕੂਲਰ ਆ, ਪਰ ਸੈਕੂਲਰ ਦਾ ਵਰਡ ਕਨਸਟੀਟਿਊਸ਼ਨ ਦੇ ਵਿੱਚ ਹੀ ਹੈ ਨਹੀਂ। ਇਹ ਸਵਾਲ ਹੋਇਆ ਕਨਸਟੀਟਿਊਸ਼ਨ ਅਸੈਂਬਲੀ 'ਚ ਕਿ ਸੈਕੂਲਰ ਵਰਡ ਡਜ਼ਨਟ ਐਗਜ਼ਿਸਟ ਇਨ ਦ ਕਨਸਟੀਟਿਊਸ਼ਨ ਐਂਡ ਯੂ ਸੇ ਇੰਡੀਆ ਇਜ਼ ਸੈਕੂਲਰ ਕੰਟਰੀ। ਅੰਬੇਦਕਰ ਨੇ ਜਵਾਬ ਕੀ ਦਿੱਤਾ? ਉਹਨੇ ਕਿਹਾ ਕਿ ਯੈਸ, ਦਿਸ ਇਜ਼ ਦ ਬਿਊਟੀ ਆਫ ਦਿਸ ਕਨਸਟੀਟਿਊਸ਼ਨ, ਦ ਸਪਿਰਿਟ ਆਫ ਦ ਇੰਡੀਅਨ ਕਨਸਟੀਟਿਊਸ਼ਨ ਇਜ਼ ਸੈਕੂਲਰ, ਦੈਟਸ ਵਾਟ ਆਈ ਵਾਂਟ। ਉਹ ਤੋਂ ਬਾਅਦ ਉਹਨੇ ਸੈਕੂਲਰ ਵਰਡ ਇਸਤੇਮਾਲ ਜਦੋਂ ਵਿੱਚ ਕਰ ਦਿੱਤਾ ਤਾਂ ਹੁਣ ਉਹਦੇ 50 ਝਗੜੇ ਆ। ਆਰਐਸਐਸ ਸੈਕੂਲਰ ਵਰਡ ਤੇ ਆਬਜੈਕਸ਼ਨ ਕਰਦਾ, ਫਲਾਨਾ ਆਬਜੈਕਸ਼ਨ ਕਰਦਾ, ਟਿਮਕਾਨਾ ਆਬਜੈਕਸ਼ਨ ਕਰਦਾ, ਉਹਨੂੰ ਐਕਸਪਲੇਨ ਕਰਨਾ ਔਖਾ ਹੋਇਆ ਆ। ਤੁਸੀਂ ਉਸ ਕਨਸਟੀਟਿਊਸ਼ਨ ਦੀ ਬਿਊਟੀ ਸਮਝੋ ਜਿਹੜੀ ਕਿ ਅੰਬੇਦਕਰ ਨੇ ਦਿੱਤੀ ਸੀ ਵੀ ਸੈਕੂਲਰ ਵਰਡ ਲਿਆ ਕੇ ਅਸੀਂ ਇੱਕ ਕੰਟਰੋਵਰਸੀ ਖੜੀ ਕਰਤੀ ਜਦੋਂ ਸੈਕੂਲਰ ਵਰਡ ਹੈ ਨਾ ਸੀ, ਪਰ ਸਪਿਰਿਟ ਸੈਕੂਲਰ ਸੀ। ਦੈਟਸ ਵਾਟ ਅੰਬੇਦਕਰ ਡਿਡ ਫॉर ਦਿਸ ਕਨਸਟੀਟਿਊਸ਼ਨ। ਇਸ ਕਰਕੇ ਉਹਨੂੰ ਜਿਹੜਾ ਵੀ ਬਦਲਣ ਦੀ ਕੋਸ਼ਿਸ਼ ਕਰੇਗਾ, he will do a great injustice to the country and the society। ਮਨੋਲਾ ਜੀ, ਮੈਂ ਤੁਹਾਡੇ ਨਾਲ ਹੁਣ ਇਸੇ ਬਾਰੇ ਕਿ ਸੰਵਿਧਾਨ ਜਿਹੜਾ ਬਦਲਣ ਦੀ ਗੱਲ ਚੱਲ ਰਹੀ ਸੀ, ਇਹ ਸੋਚ ਕੀ ਮੌਜੂਦਾ ਸਰਕਾਰਾਂ ਦੀ ਸੀਗੀ? ਦੇਖੋ ਜੀ, ਸਭ ਤੋਂ ਪਹਿਲਾਂ ਇੰਪੋਰਟੈਂਟ ਚੀਜ਼ ਤਾਂ ਇਹ ਆ ਕਿ ਅਸੀਂ ਇਹ ਦੇਖੀਏ ਕਿ ਇਹਦੇ ਪਿੱਛੇ ਕੀ ਮਾਨਸਿਕਤਾ ਹੈ। ਹਾਂਜੀ ਹਾਂਜੀ, ਉਹ ਮੇਰੇ ਸੋਚ ਕੀ ਆ? ਗੱਲ ਬਾਹਰ ਆਈ ਆ, ਹਾਂਜੀ, ਇਹ ਕਦੋਂ ਆਈ ਆ ਔਰ ਇਹਦੇ ਪਿੱਛੇ ਕੀ ਮਾਨਸਿਕਤਾ ਹੈ। ਪ੍ਰੀਐਮਬਲ ਆਫ ਦਾ ਕਨਸਟੀਟਿਊਸ਼ਨ ਜਿਹੜੀ ਹੈ ਨਾ, ਜਿਹੜੇ ਕਨਸਟੀਟਿਊਸ਼ਨ ਦੀ ਪ੍ਰੀਐਮਬਲ ਆ, ਉਹ ਸਪਿਰਿਟ ਆਫ ਦਾ ਕਨਸਟੀਟਿਊਸ਼ਨ। ਕਿਸੇ ਵੀ ਕ੍ਰਿਟੀਕਲ ਟਾਈਮ ਦੇ ਵਿੱਚ ਪ੍ਰੈਜ਼ੀਡੈਂਟ ਤੋਂ ਲਾ ਕੇ ਸੁਪਰੀਮ ਕੋਰਟ ਦੇ ਜੱਜਸ ਤੱਕ ਉਹਨਾਂ ਲਈ ਇਹ ਮੰਨਿਆ ਜਾਂਦਾ ਕਿ ਉਹ ਕਿਸੇ ਸਿਚੁਏਸ਼ਨ 'ਚ ਵੀ ਪ੍ਰੀਐਮਬਲ ਨੂੰ ਰੈਫਰ ਕਰਦੇ। ਮੈਂ ਸਮਝਦਾ ਕਿ ਪ੍ਰੀਵੀ ਪਰਸ ਦੇ ਕੇਸ ਔਰ ਬੈਕ ਨੈਸ਼ਨਲਾਈਜੇਸ਼ਨ ਦੇ ਕੇਸ ਦੇ ਸਮੇਂ ਪ੍ਰੀਐਮਬਲ ਆਫ ਦਾ ਕਨਸਟੀਟਿਊਸ਼ਨ ਨੂੰ ਕੰਸੀਡਰ ਕੀਤਾ ਗਿਆ। ਇੱਕ ਬਹੁਤ ਇਤਿਹਾਸਕ ਗੱਲ ਸੀ, ਜਿੱਦਾਂ ਕਿ ਜਿਹੜੇ ਨੈਸ਼ਨਲ ਰਿਸੋਰਸਿਸ ਆ ਉਹਨਾਂ ਨੂੰ ਕਿੱਦਾਂ ਸਮਾਜ ਦੇ ਨਾਲ ਜੋੜਨਾ, ਤਾਂ ਉਹਦੇ ਜੋੜਨ ਲਈ ਇਹਨਾਂ ਨੇ 2 ਸਟੈਪ ਇਹ ਵੱਡੇ ਉਦੋਂ ਲਏ ਸੀ। ਹੁਣ ਕੀ ਹੋਇਆ ਕਿ ਜਿਹੜਾ ਇੱਕ ਖਾਸ ਮਾਨਸਿਕਤਾ ਵਿਚਾਰਧਾਰਾ ਜਿਹੜੀ ਆ ਉਹ ਜ਼ਿੰਮੇਵਾਰ ਹੈ ਇਸ ਗੱਲ ਦੇ ਜਨਮ ਲਈ ਕਿ ਇਸ ਸੰਵਿਧਾਨ ਨੂੰ ਬਦਲਿਆ ਜਾਵੇ ਜਾਂ ਬਦਲਣ ਦੀ ਕੋਸ਼ਿਸ਼ ਕੀਤੀ ਜਾਵੇ। ਜਿਸ ਤਰ੍ਹਾਂ ਰਵੇਸੀ ਨੇ ਕਿਹਾ ਕਿ ਜਦੋਂ ਉਹਨਾਂ ਇਹ ਪਤਾ ਲੱਗਾ ਉਸ ਮਾਨਸਿਕਤਾ ਦੇ ਵਾਲੇ ਲੋਕਾਂ ਨੂੰ ਕਿ ਇਹ ਬਦਲਣਾ ਪੋਸੀਬਲ ਨਹੀਂ, ਕੋਸ਼ਿਸ਼ ਕੀਤੀ ਗਈ ਹੈ, ਲੇਕਿਨ ਜਦੋਂ ਇਹ ਪਤਾ ਲੱਗਾ ਕਿ ਇਹ ਬਦਲਣਾ ਪੋਸੀਬਲ ਨਹੀਂ, ਤੇ ਉਹ ਦੂਸਰੇ ਸੈਕੰਡ ਸਟੈਪ ਤੇ ਆ ਗਏ ਕਿ ਇਹਨੂੰ ਰਿਵਿਊ ਕੀਤਾ ਜਾਵੇ ਜਾਂ ਇਹਦੇ ਚ ਅਮੈਂਡਮੈਂਟ ਇਸ ਤਰੀਕੇ ਨਾਲ ਕੀਤੀਆਂ ਜਾਣ। ਮੈਨੂੰ ਯਾਦ ਹੈ ਇੱਕ ਬਹੁਤ ਸਰਕਾਰ ਦਾ ਨੇਤਾ ਆ, ਉਹਨੇ ਚੇਨਈ ਦੇ ਵਿੱਚ ਕਿਸੇ ਇੰਸਟੀਚਿਊਟ ਦੇ ਵਿੱਚ ਲੈਕਚਰ ਦਿੰਦੇ ਕਿਹਾ ਕਿ ਅਸੀਂ ਅਗਰ ਸੰਵਿਧਾਨ ਬਦਲ ਨਾ ਸਕੇ ਤੇ ਅਸੀਂ ਇਹਨੂੰ ਪੰਗੂ ਬਣਾ ਦਿਆਂਗੇ। ਪੰਗੂ ਦਾ ਮਤਲਬ ਕਿ ਇਹਨੂੰ ਇਨਫੈਕਟਿਵ ਕਰ ਦਿਆਂਗੇ। ਔਰ ਮੈਂ ਸਮਝਦਾ ਅੱਜ ਉਸ ਚੀਜ਼ ਦੇ ਉੱਤੇ ਬਹੁਤ ਵੱਡੇ ਤਰੀਕੇ ਨਾਲ ਕੰਮ ਹੋ ਰਿਹਾ। ਇਹ ਬਹੁਤ ਖਤਰਨਾਕ ਸੋਚ ਹੈ। ਸਾਡੇ ਲਈ ਸਭ ਤੋਂ ਜਿਹੜੀ ਇੰਪੋਰਟੈਂਟ ਗੱਲ ਹੈ ਇਹ ਆ ਕਿ ਅਗਰ ਸੰਵਿਧਾਨ ਐਜ਼ ਇਟ ਇਜ਼ ਰਵੇ, ਜੇ ਉਹਨੂੰ ਨਹੀਂ ਬਦਲ ਸਕਦੇ ਉਹਨਾਂ ਨੇ ਮਹਿਸੂਸ ਕਰ ਲਿਆ, ਲੇਕਿਨ ਅਗਰ ਉਹ ਪੰਗੂ ਕਰ ਦਿੱਤਾ ਗਿਆ ਤੇ ਮਕਸਦ ਤਾਂ ਉਹੀ ਹੋ ਗਿਆ, ਉਹਦਾ ਮਤਲਬ ਉਹੀ ਨਿਕਲਣਾ। ਜਿਹੜਾ ਦੇਸ਼ ਦਾ ਖਾਸ ਕਰਕੇ ਮੈਂ ਇੱਥੇ ਖੁੱਲ ਕੇ ਗੱਲ ਕਰਨਾ ਚਾਹੁੰਦਾ ਕਿ ਉਸ ਮਾਨਸਿਕਤਾ ਨੂੰ ਚੈੱਕ ਕਰਨਾ ਬਹੁਤ ਜ਼ਰੂਰੀ ਹੈ। ਔਰ ਉਹਦੇ ਲਈ ਜੋ ਦਲਿਤ, OBC, ਅਦਰ ਬੈਕਵਰਡ ਕਲਾਸਿਸ ਔਰ ਜਿੰਨਾ ਗਰੀਬ ਜਨਤਾ ਆ ਉਹ ਇਸ ਚੀਜ਼ ਦੇ ਅਗੇਂਸਟ ਖੁੱਲ ਕੇ ਆਵੇ। ਔਰ 2 ਅਪ੍ਰੈਲ ਨੂੰ ਜਿਹੜਾ ਇਤਿਹਾਸਿਕ ਦੇਸ਼ ਦੇ ਵਿੱਚ ਇੱਕ ਕ੍ਰਾਂਤੀਕਾਰੀ ਸਟੈਪ ਚੱਕਿਆ ਗਿਆ, ਉਹਦੀ ਖਾਸ ਜਿਹੜੀ ਗੱਲ ਸੀ ਉਹ ਇਹ ਸੀ, ਜੇ ਤੋਂ ਸਰਕਾਰਾਂ ਵੀ ਔਰ ਬਾਕੀ ਸੰਸਥਾਨ ਵੀ ਜਿਹੜੇ ਪਿੱਛੇ ਬੈਠ ਕੇ ਵੀ ਇਹਦੇ ਲਈ ਇਸ ਮਾਨਸਿਕਤਾ ਦੇ ਕੰਮ ਕਰ ਰਹੇ ਸੰਸਥਾਵਾਂ ਨੇ, ਉਹ ਵੀ ਹੈਰਾਨ ਹੋ ਗਈਆਂ ਕਿ ਕਿਸੇ ਪੋਲੀਟੀਕਲ ਪਾਰਟੀ ਦੀ ਕਾਲ ਤੋਂ ਬਿਨਾਂ ਸਮਾਜਿਕ ਪੱਧਰ ਦੇ ਉੱਤੇ ਐਡਾ ਬੜਾ ਅੰਦੋਲਨ ਜਿਹੜਾ ਉਹ ਆਪਣੇ ਆਪ 'ਚ ਇੱਕ ਦੇਸ਼ ਦੀ ਇੰਡੀਪੈਂਡੈਂਸ ਤੋਂ ਬਾਅਦ ਕਹਿ ਲਈਏ ਇੱਕ ਇਤਿਹਾਸਿਕ ਸਟੈਪ ਸੀਗਾ, ਜਿਹਦੇ ਬਾਰੇ ਉਹ ਦੇਖ ਕੇ ਘਬਰਾਹਟ ਪੈਦਾ ਹੋ ਗਈ ਸ਼ਾਸਕਾਂ ਨੂੰ ਵੀ ਔਰ ਬਾਕੀ ਮਾਨਸਿਕਤਾ ਵਾਲੇ ਲੋਕਾਂ ਨੂੰ ਵੀ। ਮੈਂ ਇੱਥੇ ਇਹ ਗੱਲ ਕਹਿਣਾ ਚਾਹੁੰਦਾ, ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਇੱਕ ਗੱਲ ਕਹੀ ਸੀ, ਉਹ ਖਾਸ ਕਰਕੇ ਦੇਸ਼ ਦੇ ਲੋਕਾਂ ਲਈ ਔਰ ਸਾਡੇ ਦਲਿਤ ਸਮਾਜ ਲਈ, OBC ਲਈ ਔਰ ਸਾਡੇ ਜਿਹੜੇ ਰਿਪਰੈਜ਼ੈਂਟੇਟਿਵ ਹੈ ਪਾਰਲੀਮੈਂਟੇਰੀਅਨ ਔਰ ਲੈਜਿਸਲੇਟਰਸ ਆ ਉਹਨਾਂ ਲਈ ਆ ਕਿ ਅਗਰ ਇਹ ਸੰਵਿਧਾਨ ਮੇਰੇ ਮਰਨ ਤੋਂ ਬਾਅਦ ਇਹ ਨਾ ਸਮਝੋ ਕਿ ਮੈਂ ਮਰ ਗਿਆ। ਅਗਰ ਸੰਵਿਧਾਨ ਜਿੰਦਾ ਰਹੇਗਾ
ਤੇ ਮੈਂ ਜਿੰਦਾ ਰਹੂੰਗਾ। ਅੱਜ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ, ਅੱਜ ਪੂਰੇ ਸਮਾਜ ਦੀ ਜ਼ਿੰਮੇਵਾਰੀ ਆ ਕਿ ਉਹ ਤਕੜੇ ਤਰੀਕੇ ਨਾਲ ਖੜੇ ਹੋ ਕੇ ਇਸ ਸੰਵਿਧਾਨ ਨੂੰ ਪ੍ਰੋਟੈਕਟ ਕਰਨ, ਕਿਉਂਕਿ ਜਦੋਂ ਸੰਵਿਧਾਨ ਬਚਿਆ ਹੋਏਗਾ ਤੇ ਸਾਡੀ ਹੋਂਦ ਬਚੇਗੀ, ਅਦਰਵਾਈਜ਼ ਇਹ ਨਹੀਂ ਬਚਣ ਦੇ ਚਾਂਸ। ਰਮੇਸ਼ ਜੀ, ਆਪਾਂ ਗੱਲ ਕਰਦੇ ਸੀ ਕਿਉਂਕਿ ਟੌਪਿਕ ਦੇ ਵਿੱਚ ਗੱਲ ਆਈ 2 ਅਪ੍ਰੈਲ ਦਾ ਜਿਹੜਾ ਭਾਰਤ ਬੰਦ ਹੋਇਆ, ਕਿਉਂਕਿ ਕਾਂਚੀ ਟੀਵੀ ਦਾ ਇੱਕ ਮੇਨ ਜਿਹੜਾ ਮਕਸਦ ਹੈ ਉਹ ਇਹ ਹੈ ਕਿ ਜਿਹੜੀ ਸਾਡੀ ਆਉਣ ਵਾਲੀ ਜਨਰੇਸ਼ਨ ਹੈ ਨਾ, ਉਹਨੂੰ ਸਾਡੇ ਜਿਹੜੇ ਸੰਵਿਧਾਨ ਬਾਰੇ, ਇਹ ਗੱਲਾਂ ਬਾਰੇ ਥੋੜਾ ਪਤਾ ਜਾਣਨਾ ਜ਼ਰੂਰ ਹੋਵੇ, ਤਾਂ ਕਿ ਕਿਉਂਕਿ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਜਦੋਂ ਉਹਨੂੰ ਇਹਨਾਂ ਚੀਜ਼ਾਂ ਦਾ ਪਤਾ ਲੱਗੇਗਾ ਤਦ ਹੀ ਉਹ ਇਹਨਾਂ ਚੀਜ਼ਾਂ ਦੇ ਉੱਤੇ ਅਮਲ ਵੀ ਕਰੇਗੀ। ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ 2 ਅਪ੍ਰੈਲ ਜਿਹੜਾ ਭਾਰਤ ਬੰਦ ਹੋਇਆ ਸੀ ਬਹੁਤ ਵੱਡੇ ਲੈਵਲ ਤੇ ਹੋਇਆ, ਪਰ ਸਾਡੇ ਕੁਝ ਦਰਸ਼ਕਾਂ ਨੂੰ ਤੁਸੀਂ ਦੱਸੋਗੇ ਜਿਹੜਾ ਕਿ ਇਹ SC ST ਐਕਟ ਹੈ ਕੀ ਸੀ ਔਰ ਇਹ ਇਹਨੂੰ ਕੀ ਬਦਲਣਾ ਚਾਹੁੰਦੇ ਸੀ? ਹਾਂ, ਦੇਖੋ SC ST ਐਕਟ ਦੇ ਵਿੱਚ ਇਹ ਸੀਗਾ ਕਾਨੂੰਨ ਬਣਾਇਆ ਸੀ ਕਿ ਜੇ ਕੋਈ ਕੰਪਲੇਂਟ ਹੋਵੇ ਜਾਂ ਐਕਸਪਲੋਇਟੇਸ਼ਨ ਹੋਈ ਆ ਜਾਂ ਉਹਨਾਂ ਨੂੰ ਟ੍ਰੀਟਮੈਂਟ ਠੀਕ ਨਹੀਂ ਮਿਲੀ, ਉਹਨੇ ਕੰਪਲੇਂਟ ਕਰਤੀ ਆ, ਉਹਨਾਂ ਦੀ ਅਰੈਸਟ ਕਰਨ ਦਾ ਇੰਤਜ਼ਾਮ ਕੀ ਹੋਵੇਗਾ, FIR ਕਰਨ ਦਾ ਕੀ ਹੋਏਗਾ, ਇਹ ਸਾਰੇ ਪ੍ਰੋਵੀਜ਼ਨ ਉਸ ਐਕਟ ਸੀਗੇ। ਤੇ ਠੀਕ ਠਾਕ ਚੱਲਦਾ ਸੀ, ਕਿਸੇ ਨੇ ਰੇਟ ਕਰਤੀ ਵੀ ਇਹ ਅਨਇਕੁਅਲ ਟ੍ਰੀਟਮੈਂਟ ਆ ਕਿ FIR ਐਵੇਂ ਹੋ ਜਾਂਦੀ ਆ, ਇਨਕੁਆਇਰੀ ਹੁੰਦੀ ਨਹੀਂ ਗੀ, ਨਾਨ ਵਿਜੀਬਲ ਬ੍ਰਾਂਡ ਐਵੇਂ ਹੋ ਜਾਂਦੇ ਆ, ਝੂਠੀਆਂ ਸ਼ਿਕਾਇਤਾਂ ਹੁੰਦੀਆਂ ਆ, ਇੱਦਾਂ ਉਹਨਾਂ ਕਰਕੇ ਸੁਪਰੀਮ ਕੋਰਟ ਨੇ ਉਹਦਾ ਵਿਊ ਲਿਆ। ਸੁਪਰੀਮ ਕੋਰਟ ਨੇ ਵਿਊ ਲਿਆ, ਉਹਨੂੰ ਕਹਿਤਾ ਵੀ ਉਹਨੂੰ ਬਦਲ ਦਿੱਤਾ ਵੀ ਇਸ ਇੱਦਾਂ ਦਾ ਕਰੋ। ਇਹੀ ਬਿਰਦੀ ਸਾਹਿਬ ਨੇ ਕਿਹਾ ਕਿ ਸੁਪਰੀਮ ਕੋਰਟ ਕੋਲ ਉਹ ਅਥਾਰਟੀ ਨਹੀਂ, ਦੇ ਕੈਨ ਇੰਟਰਪ੍ਰੇਟ ਦ ਕਨਸਟੀਟਿਊਸ਼ਨ but they cannot make the law. They can interpret the law but they cannot make the law. ਉਹਨਾਂ ਨੇ ਆਪਣਾ ਲਾਅ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇੰਟਰਪ੍ਰੀਟੇਸ਼ਨ ਵੀ ਇਨ ਅਕੋਰਡੈਂਸ ਵਿਦ ਦ ਕਾਨਸਟੀਟਿਊਸ਼ਨ ਆਫ ਦ ਕਾਨਸਟੀਟਿਊਸ਼ਨ। ਅੱਛਾ, ਇਹ ਸੀਗਾ ਆਫ ਦ ਕਾਨਸਟੀਟਿਊਸ਼ਨ। ਤਾਂ ਆਖਰ ਸਰਕਾਰ ਨੂੰ ਆਖਰ ਮੰਨਣਾ ਪਿਆ ਕਿ ਸਰਕਾਰ ਨੇ, ਜੁਡੀਸ਼ੀਅਲ ਨੇ ਕਹਿਤਾ, ਪਰ ਸਰਕਾਰ ਨੇ ਨੋਟਿਸ ਲਿਆ ਉਹਦਾ, ਉਸ ਐਕਟ ਵਿੱਚ ਸੋਧ ਕੀਤਾ ਕਿ ਜੋ ਸੁਪਰੀਮ ਕੋਰਟ ਨੇ ਕਿਹਾ ਉਹ ਠੀਕ ਨਹੀਂ ਹੈ, ਇਹ ਉਹ ਠੀਕ ਹੈ। ਉਸ ਦੇ ਜਿਹੜੀ ਅਨਿਆਂ ਹੋਇਆ ਸੀ, ਅਸੀਂ ਉਹਨੂੰ ਕਿਹਾ ਵੀ ਜਿਹੜੀਆਂ ਸ਼ਿਕਾਇਤਾਂ ਦਾ ਗਲਤ, ਇੱਦਾਂ ਦਾ ਲੋਕ ਕਤਲ ਵੀ ਹੁੰਦਾ ਆ ਉਹ ਵੀ ਗਲਤ ਨਿਕਲਦਾ, ਇੱਦਾਂ ਚੋਰੀਆਂ ਹੁੰਦੀਆਂ ਉਹ ਵੀ ਗਲਤ ਨਿਕਲਦੀਆਂ, 50 ਕੰਪਲੇਂਟਾਂ ਗਲਤ ਨਿਕਲਦੀਆਂ, ਤਾਂ ਮਤਲਬ ਇਹ ਥੋੜ੍ਹੀ ਬਹੁਤਾ ਕੋਈ ਕਾਨੂੰਨ ਨਹੀਂ ਹੋਣਾ ਚਾਹੀਦਾ। ਬਿਲਕੁਲ। ਦੇਖੋ ਜੀ, ਕਈ ਡੇਟੇ ਸ਼ੋ ਕਰਦੇ ਆ ਕਿ ਜਿਹੜੇ ਬਾਕੀ ਕਾਨੂੰਨ ਬਣੇ ਆ, ਬਾਕੀ ਜਿਹੜੇ ਕਾਨੂੰਨ ਆ, ਚਾਹੇ ਉਹ ਕੋਕਾ ਆ, ਚਾਹੇ ਕੋਈ ਹੋਰ ਕਾਨੂੰਨ ਨੇ ਲੇਡੀ ਔਰਤਾਂ ਦੇ ਬਾਰੇ ਆ, ਉਹਦੇ 'ਚ ਵੀ ਜਿਹੜਾ ਰੇਟ ਆ ਗਲਤ ਸ਼ਿਕਾਇਤਾਂ ਦਾ ਉਹ ਹੈਗਾ, ਪਰ ਚੂੰਕਿ ਕੱਲਾ SC ST ਐਕਟ ਨੂੰ ਹੀ ਕਿਉਂ ਚੁਣਿਆ ਗਿਆ ਵੀ ਸ਼ਿਕਾਇਤਾਂ ਗਲਤ ਹੁੰਦੀਆਂ, ਕਿਉਂਕਿ ਜਦ ਕਿ ਇਸ ਤੋਂ ਵੀ ਜ਼ਿਆਦਾ ਦੂਜੇ ਕਾਨੂੰਨਾਂ ਦੇ ਵਿੱਚ ਹੋ ਰਹੀਆਂ। 2 ਅਪ੍ਰੈਲ ਵਾਲੀ ਗੱਲ, ਜਿੱਦਾਂ ਕਿ ਸਾਰੇ ਮੇਰੇ ਦੂਸਰੇ ਦੋਸਤ ਪੈਨਲਿਸਟ ਨੇ ਕਿਹਾ ਕਿ ਇੱਕ ਯੂਨੀਕ ਗੱਲ ਸੀ ਕਿ ਸਾਰਾ ਸਮਾਜ ਕਿਸੇ ਵੀ ਪਾਰਟੀ ਨਾਲ ਜੁੜਿਆ ਸੀ, ਚਾਹੇ ਖੇਰੂ ਸਾਡਾ ਸਮਾਜ ਤਾਂ ਹੈ ਹੀ, ਪਰ ਉਹ ਇੱਕ ਐਸਾ ਮੁੱਦਾ ਪੈਦਾ ਹੋ ਗਿਆ ਔਰ ਇੱਕ ਐਸੀ ਸਪਿਰਿਟ ਪੈਦਾ ਹੋ ਗਈ ਕਿ ਬਿਨਾਂ ਕਿਸੇ ਲੀਡਰਸ਼ਿਪ ਤੋਂ, ਬਿਨਾਂ ਕਿਸੇ ਦੇ ਇਕੱਠਿਆਂ ਕੀਤਿਆਂ ਸਪੌਂਟੇਨੀਅਸ ਰਾਈਜ਼ਿੰਗ ਹੋਈ, ਇੱਕ ਬਹੁਤ ਅੱਛੀ ਗੱਲ ਹੋਈ। ਔਰ ਮੈਂ ਲਿਖਦਾ, ਮੈਂ ਉਹਨਾਂ ਉਸ ਤੇ ਕਮੈਂਟ ਕਰਦੇ ਲਿਖਿਆ ਆਪਣੇ ਬਲੌਗ ਦੇ ਵਿੱਚ ਕਿ ਜਿਸ ਵੇਲੇ ਸਪੌਂਟੇਨੀਅਸ ਰਾਈਜ਼ਿੰਗ ਇੱਕ ਵਾਰੀ ਹੋਈ ਸੀ ਪਹਿਲਾਂ 1857 ਦੀ, ਜਿਹੜੀ ਇਹਨੂੰ ਫਸਟ ਵਾਰ ਆਫ ਇੰਡੀਪੈਂਡੈਂਸ ਕਹਿੰਦੇ ਆ, ਫਸਟ ਵਾਰ ਆਫ ਇੰਡੀਪੈਂਡੈਂਸ ਜਿਹਨੂੰ ਕਹਿੰਦੇ ਆ, ਉਹ ਵੀ ਇੱਕ ਸਪੌਂਟੇਨੀਅਸ ਅਪਰਾਈਜ਼ਿੰਗ ਸੀਗੀ। ਉਹਦਾ ਨਾ ਕੋਈ ਲੀਡਰ ਸੀਗਾ, ਨਾ ਉਹਦਾ ਕੋਈ ਏਜੰਡਾ ਸੀਗਾ, ਨਾ ਉਹਦਾ ਇੱਕ ਸਿਚੁਏਸ਼ਨ ਦੇ ਖਿਲਾਫ। ਤੇ ਇਹ ਜਿਹੜੀ 2 ਅਪ੍ਰੈਲ ਹੋਈ ਆ, ਇਹ ਫਸਟ ਵਾਰ ਆਫ ਇੰਡੀਪੈਂਡੈਂਸ ਜੋ ਹੋਇਆ ਸੀ, ਉਹ ਇਹਦਾ ਬਿਗਨਿੰਗ ਆ। ਦੈਟਸ ਵਾਟ ਸੋਸ਼ਲ ਅਪਰਾਈਜ਼ਿੰਗ ਸਪੌਂਟੇਨੀਅਸ, ਮੈਂ ਉਹਨੂੰ ਨਾਲ ਕੰਪੇਅਰ ਕੀਤਾ ਸੀਗਾ। ਐਂਡ ਆਈ ਥਿੰਕ ਦੈਟ ਗੱਲ ਇਹ ਆ ਕਿ ਉਹਨੂੰ ਜਿਹੜਾ ਇੰਡੀਆ ਦਾ ਮੀਡੀਆ ਸੀ, ਐਡਾ ਵੱਡਾ ਮੀਡੀਆ, ਅਲੱਗ-ਅਲੱਗ ਚੈਨਲ ਨੇ, ਉਹਨਾਂ ਨੇ ਕਿਸੇ ਨੇ ਵੀ ਉਹਨੂੰ ਉਸ ਪੱਧਰ ਤੇ ਨਹੀਂ ਦਿਖਾਇਆ। ਇਸ ਪੱਧਰ ਤੇ ਉਹ ਲੋਕਾਂ ਦਾ ਆਕਰੋਸ਼ ਜਿਹੜਾ ਉਹ ਸਾਹਮਣੇ ਆਇਆ ਸੀ, ਇਹ ਵੀ ਮੈਂ ਸਮਝਦਾ ਸਾਡੇ ਨਾਲ ਇੱਕ ਇਨਜਸਟਿਸ ਆ, ਜਿਹੜਾ ਨਾ ਮੀਡੀਆ ਜਿਹੜਾ ਉਹਨੂੰ ਪ੍ਰੋਪਰ ਤਰੀਕੇ ਨਾਲ, ਕਮ ਸੇ ਕਮ ਪ੍ਰੋਪਰ ਜਗ੍ਹਾ ਨਹੀਂ ਦੇ ਰਿਹਾ। ਇਹ ਵੀ ਸਾਨੂੰ ਦਬਾਉਣ ਦੀ ਇੱਕ ਤਰੀਕਾ ਮੈਂ ਦੇਖੋ, ਇਹ ਜਦੋਂ ਸਾਰੀਆਂ ਟੀਵੀ ਨੇ ਉਸ ਵੇਲੇ ਬਹੁਤ ਇਹ ਕਾਂਚੀ ਟੀਵੀ ਦਾ ਹੀ ਮੇਨ ਮਕਸਦ ਵੀ ਇਹੀ ਆ ਕਿ ਜਿਹੜੀਆਂ ਸਾਡੀ ਕੌਮ ਦੇ ਨਾਲ ਧੱਕੇ ਹੋ ਰਹੇ ਨੇ, ਕੋਈ ਉਹਨਾਂ ਗੱਲਾਂ ਨੂੰ ਅਬ ਦੂਸਰਾ ਮੀਡੀਆ ਨਹੀਂ ਦਿਖਾਉਂਦਾ। ਅਸੀਂ 2-3 ਐਗਜ਼ਾਮਪਲਾਂ ਛੋਟੀਆਂ ਭੀਮਾ ਕੋਰੇਗਾਂਵ ਦੇ ਵਿੱਚ ਹੋਇਆ ਸੀ, ਕਿਸੇ ਟੀਵੀ ਚੈਨਲ ਨੇ ਸਭ ਤੋਂ ਪਹਿਲੀ ਖਬਰ ਮੈਂ ਦਿੱਤੀ ਸੀਗੀ ਕਾਂਚੀ ਟੀਵੀ ਦੇ ਉੱਤੋਂ। ਔਰ ਨਹੀਂ, ਉਹ ਦਬਾਉਣਗੇ ਸਾਨੂੰ, ਪਰ ਸਾਨੂੰ ਆ ਪ੍ਰੇਅਰ ਕਰਨੀ ਚਾਹੀਦੀ, ਐਫਰਟ ਕਰਨੀ ਚਾਹੀਦੀ ਹੈ ਕਿ ਜੋ 2 ਅਪ੍ਰੈਲ 'ਚ ਇੱਕ ਸਪਿਰਿਟ ਸੀ ਸਾਡੀ, ਉਹਨੂੰ ਕਿਸੇ ਤਰ੍ਹਾਂ ਚੈਨਲਾਈਜ਼ ਕਰਕੇ
ਇੱਕ ਫੋਰਸ ਬਣਾਇਆ ਜਾਵੇ, ਨਾ ਕਿ ਅਸੀਂ ਐਦਾਂ ਨਾ ਮੌਕਾ ਹੋ ਜਾਵੇ ਜੀ ਹਾਰ ਥੱਕ ਕੇ ਬਹਿ ਜਾਈਏ। ਕਾਂਸੀ ਟੀਵੀ ਇੱਕ ਵਾਹਿਦ ਦੇਸ਼ ਦਾ ਇੱਕ ਵਾਹਿਦ ਚੈਨਲ ਆ ਜਿਹੜਾ ਕਿ ਸਾਡੇ ਲੋਕਾਂ ਨੂੰ ਰਿਪਰੈਜ਼ੈਂਟ ਕਰ ਰਿਹਾ, ਔਰ ਪੂਰੇ ਦੇਸ਼ 'ਚ ਨਹੀਂ, ਇੰਡੀਆ 'ਚ ਨਹੀਂ, ਦੁਨੀਆ ਦੇ 100 ਤੋਂ ਜ਼ਿਆਦਾ ਮੁਲਕਾਂ ਵਿੱਚ ਇਹਦਾ ਪ੍ਰੋਗਰਾਮ ਜਾ ਰਿਹਾ। ਔਰ ਮੈਂ ਸਮਝਦਾ ਬਾਖੂਬੀ ਉਹਨੂੰ ਇਹ ਜਿਹੜਾ ਸਾਡੇ ਇੰਟਰਸਟ ਆ, ਸਾਡੇ ਰਾਈਟਸ ਜਿਹੜੇ ਆ, ਸਾਡੀਆਂ ਬਾਕੀ ਜਿਹੜੇ ਇੰਟਰਸਟ ਆ ਉਹਨਾਂ ਨੂੰ ਪ੍ਰੋਟੈਕਟ ਕਰਨ ਲਈ ਜੋ ਵੀ ਜ਼ਰੂਰੀ ਹੁੰਦਾ, ਜਿੱਥੇ ਜਿੱਥੇ ਗੁਰੂ ਰਵਿਦਾਸ ਜੀ ਮਹਾਰਾਜ ਦਾ ਜੋ ਪ੍ਰੋਗਰਾਮ ਆ ਉਹਨੂੰ ਕਰਦੇ ਆ, ਜਾਂ ਬਾਕੀ ਸੰਤਾਂ ਮਹਾਂਪੁਰਸ਼ਾਂ ਨੂੰ ਕਰਦੇ ਆ, ਉਹਨਾਂ ਦੇ ਪ੍ਰੋਗਰਾਮ ਨੂੰ, ਉਹਨਾਂ ਦੇ ਮਿਸ਼ਨ ਨੂੰ ਦੱਸਦੇ ਆ, ਉਸ ਉੱਥੇ ਇਹ ਵੀ ਪ੍ਰੋਗਰਾਮ ਜਿਹੜੇ ਆ ਉਹ ਦੇ ਰਹੇ ਨੇ। ਬੰਗੜ ਸਾਹਿਬ, ਹਾਂਜੀ, ਜਿਹੜੀ ਗੱਲ ਡਾਕਟਰ ਅੰਬੇਡਕਰ ਦੀ ਕਨਸਟੀਟਿਊਸ਼ਨ ਬਾਰੇ, ਉਹਨਾਂ ਨੇ 25 ਨਵੰਬਰ 1949 ਨੂੰ ਜਦੋਂ ਸੰਵਿਧਾਨ ਸਭਾ ਨੂੰ ਕੰਪਲੀਟ ਕਰਕੇ ਦਿੱਤਾ ਕਨਸਟੀਟਿਊਸ਼ਨ, ਉਹਨਾਂ ਨੇ ਇੱਕ ਵਾਰਨਿੰਗ ਦਿੱਤੀ। ਉਹਨਾਂ ਦੀ ਵਾਰਨਿੰਗ ਇਹ ਸੀਗੀ ਕਿ 26 ਜਨਵਰੀ 1950 ਨੂੰ ਹਾਂਜੀ, ਰਾਜਨੀਤਿਕ ਤੌਰ ਤੇ ਲੋਕ ਬਰਾਬਰ ਹੋਣਗੇ ਪੂਰੇ ਦੇਸ਼ ਦੇ, ਪਰ ਸਮਾਜਿਕ ਤੇ ਆਰਥਿਕ ਤੌਰ ਤੇ ਨਾ ਬਰਾਬਰ ਹੋਣਗੇ, ਪਰ ਇਹ ਨਾ ਬਰਾਬਰਤਾ ਨੂੰ ਖਤਮ ਕਰਨਾ ਹੋਏਗਾ। ਨੰਬਰ 2, ਉਹਨਾਂ ਨੇ ਕਿਹਾ ਵੀ ਸਾਡੇ ਦੇਸ਼ ਦੇ ਵਿੱਚ ਵੱਖ-ਵੱਖ ਜਾਤਾਂ, ਵੱਖ-ਵੱਖ ਮਜ਼ਹਬ ਆ ਤੇ ਵੱਖ-ਵੱਖ ਪਾਰਟੀਆਂ। ਹਾਂਜੀ, ਕੀ ਇਹ ਜਿਹੜੀਆਂ ਪਾਰਟੀਆਂ ਹੈਗੀਆਂ ਰਾਜਨੀਤਿਕ, ਹਾਂਜੀ, ਕੀ ਇਹ ਸੰਵਿਧਾਨ ਤੇ ਪਹਿਰਾ ਦੇਣਗੀਆਂ? ਕੀ ਇਹ ਦੇਸ਼ ਦਾ ਜੋ ਹੈਗਾ ਉਹਨੂੰ ਅੱਗੇ ਰੱਖਣਗੀਆਂ ਜਾਂ ਆਪਣੇ ਮਫਾਦਾਂ ਨੂੰ ਰੱਖਣਗੀਆਂ? ਜਿੱਦਾਂ ਹੁਣ ਜਿਹੜੀਆਂ ਪਾਰਟੀਆਂ ਉਹਨਾਂ ਨੇ ਆਪਣੇ ਮਫਾਦ ਅੱਗੇ ਰੱਖੇ ਆ, ਪਰ ਡਾਕਟਰ ਅੰਬੇਡਕਰ ਨੇ ਕਿਹਾ ਵੀ ਜੇ ਰਾਜਨੀਤਿਕ ਪਾਰਟੀਆਂ ਨੇ, ਉਹਨਾਂ ਦੇ ਆਗੂਆਂ ਨੇ ਇਹ ਆਪਣੇ ਮਫਾਦ ਅੱਗੇ ਲੈ ਆਂਦੇ, ਜਿੱਦਾਂ ਹੁਣ ਜੋ ਦੇਸ਼ ਦੇ ਵਿੱਚ ਮਾਹੌਲ ਬਣਾਇਆ ਜਾ ਰਿਹਾ, ਜਿਸ ਤਰ੍ਹਾਂ ਸੰਵਿਧਾਨ ਦੇ ਬਾਰੇ 'ਚ ਗੱਲਾਂ ਹੋ ਰਹੀਆਂ ਹੈਗੀਆਂ, ਉਹ ਕਹਿੰਦੇ ਫਿਰ ਇਹ ਦੇਸ਼ ਜਿਹੜਾ ਖਾਨਾ ਜੰਗੀ 'ਚ ਉਲਝ ਸਕਦਾ। ਨਾ ਖਾਨਾ ਜੰਗੀ ਉਹਨੇ ਕਿਹਾ ਸੀ ਆਜ਼ਾਦੀ ਖੋ ਦੇਾਂਗੇ ਦੁਬਾਰਾ, ਸੈਕੰਡ ਟਾਈਮ ਨਹੀਂ, ਜਦੋਂ ਖਾਨਾ ਜੰਗੀ ਨਹੀਂ, ਉਹਨੇ ਅੱਗੇ ਕਿਹਾ ਵੀ ਜਦੋਂ ਖਾਨਾ ਜੰਗੀ ਉਲਝ ਜਾਏਗਾ ਤਾਂ ਕੋਈ ਵੀ ਵੱਡੀ ਪਾਵਰ ਜਿਹੜੀ ਵਰਲਡ ਦੀ ਆ ਉਹ ਆ ਕੇ ਕਬਜ਼ਾ ਕਰ, ਮਤਲਬ ਉਹ ਕਿ ਮੁੜ ਕੇ ਦੁਬਾਰਾ ਫਿਰ ਗੁਲਾਮ ਹੋ ਜਾਵਾਂਗੇ, ਮੁੜ ਕੇ ਗੁਲਾਮ ਬਣਾ ਲੈਗੇ। ਬਿਲਕੁਲ ਸਹੀ। ਇਸ ਲਈ ਕਹਿੰਦੇ ਸੰਵਿਧਾਨ ਨੂੰ ਮੰਨਣਾ ਹੋਵੇ। ਬਿਲਕੁਲ। ਹੁਣ ਦੇਖੋ ਇੰਨੀਆਂ ਗੱਲਾਂ ਬਾਤਾਂ ਆਪਾਂ ਤੁਹਾਡੇ ਨਾਲ ਕੀਤੀਆਂ, ਤੁਸੀਂ ਵੀ ਸਾਰਿਆਂ ਨੇ ਮੈਨੂੰ ਬੜਾ, ਪਰ ਕਿੱਥੇ ਜਾ ਕੇ ਦੇਖੋ ਇਹ ਮੀਡੀਆ ਖੜਾ ਹੋਇਆ ਸਾਡੀ ਕੌਮ ਦਾ, ਪਰ ਮੈਂ ਤੁਹਾਡੇ ਜਰੀਏ ਸਾਰੀ ਜਿੰਨੀ ਸਾਡੀ ਕੌਮ ਹੈ, ਜਿੰਨੇ ਵੀ ਸਾਨੂੰ ਦੇਖਣ ਵਾਲੇ, ਉਹਨਾਂ ਨੂੰ ਬੇਨਤੀ ਤੁਸੀਂ ਦੱਸੋ ਕਿ ਜੇ ਆਪਣੀ ਇੰਨੇ % ਜਨਤਾ ਹੋ ਕੇ ਸਾਡਾ ਮੀਡੀਆ ਜਿਹੜਾ ਹਰ ਮਹੀਨੇ ਉਹ ਲਾਸ ਵਿੱਚ ਜਾ ਰਿਹਾ, ਉਹਦਾ ਰੀਜ਼ਨ ਕੀ ਆ? ਕਿ ਕਿਉਂਕਿ ਕੋਈ ਵੀ ਮੀਡੀਆ ਅਸੀਂ ਖੜਾ ਕਰਦੇ, ਕੋਈ ਇੱਕ ਛੋਟਾ ਜਿਹਾ ਤੁਸੀਂ ਬੁੱਕ ਵੀ ਛਾਪਦੇ ਆ, ਉਹਦੇ ਉੱਤੇ ਖਰਚਾ ਤਾਂ ਹੁੰਦਾ ਹੀ ਹੈ। ਮੈਂ ਹੁਣ ਸਾਰੇ ਜਿੰਨਾ ਮੈਂ ਜਦੋਂ ਵੀ ਮੈਂ ਕਿਤੇ ਪ੍ਰੋਗਰਾਮ ਕਰਦਾ, ਮੈਂ ਇਹ ਗੱਲ ਜ਼ਰੂਰ ਦੱਸਦਾ ਹੁੰਦਾ ਕਿ 45 ਹਜ਼ਾਰ ਪਾਉਂਡ ਅਸੀਂ ਇੱਕ ਮਹੀਨੇ ਦਾ ਸਾਡੇ ਮੀਡੀਆ ਦਾ ਖਰਚਾ। ਪਰ ਜਦੋਂ ਦਾ ਇਹ ਸ਼ੁਰੂ ਹੋਇਆ, ਮੇਰਾ ਨਹੀਂ ਖਿਆਲ ਆ ਕਿ ਕਿਤੇ ਇੱਕ ਅੱਧਾ ਮਹੀਨਾ ਉਹ ਖਰਚਾ ਪੂਰਾ ਹੋਇਆ ਹੋਵੇਗਾ। ਹਰ ਵਾਰੀ ਸਾਡੇ ਜਿਹੜੇ ਟਰਸਟੀ ਨੇ ਜਾਂ ਸਾਡੇ ਜਿਹੜੇ ਚੇਅਰਮੈਨ ਨੇ, ਉਹ ਆਪਣੀ ਜੇਬ ਦੇ ਵਿੱਚੋਂ ਖਰਚਾ ਪਾਉਂਦੇ। ਕਿ ਸਾਡੀ ਕੌਮ ਇੰਨੀ ਵੀ ਨਹੀਂ ਹੈਗੀ ਕਿ ਅਸੀਂ ਘੱਟੋ ਘੱਟ ਵੀ ਇੰਨਾ ਕੁਛ ਕਰ ਸੀਗੇ ਤਾਂ ਕਿ ਇਹ ਮੀਡੀਆ ਸਟੈਂਡ ਕਰਕੇ ਖੜਾ ਰਹੇ। ਮੈਂ ਬੰਗੜ ਸਾਹਿਬ ਤੁਹਾਨੂੰ ਇਹਦੇ ਬਾਰੇ ਸੁਝਾਅ ਦੇਣਾ ਚਾਹੁੰਦਾ। ਹਾਂਜੀ, ਦੇਖੋ ਇਹ ਜਿਹੜਾ ਦੇਸ਼ ਹੈ ਨਾ, ਇਹਦੇ 'ਚ ਵੱਖ-ਵੱਖ ਬੋਲੀਆਂ, ਵੱਖ-ਵੱਖ ਭਾਸ਼ਾ, ਵੱਖ-ਵੱਖ ਜਾਤਾਂ, ਵੱਖ-ਵੱਖ ਮਜ਼ਹਬ ਹੈ। ਔਰ ਜੇ ਅਸੀਂ ਲੋਕਤੰਤਰ ਹੈ ਭਾਰਤ ਦੇ ਵਿੱਚ, ਲੋਕਤੰਤਰ 'ਚ ਜਿਹੜਾ ਮੈਜੋਰਟੀ ਦੀ ਗੱਲ ਕਰੇਗਾ ਉਹ ਚੱਲਣੀ ਹੈ, ਉਹਨੇ ਰੂਲ ਕਰਨਾ ਹੈਗਾ। ਇਸ ਲਈ ਆਪਾਂ ਨੂੰ ਨਾ ਥੋੜਾ ਜਿਹਾ ਇੱਕ ਦਾਇਰੇ 'ਚੋਂ ਨਿਕਲ ਕੇ ਨਾ, ਜਿੰਨੇ ਵੀ ਇਹ ਦੇਸ਼ ਵਿੱਚ ਪੀੜਤ ਆ, ਜਿੱਦਾਂ ਡਾਕਟਰ ਅੰਬੇਡਕਰ ਨੇ ਕਿਹਾ ਵੀ ਪਹਿਲਾਂ ਦਲਿਤ ਪੀੜਤ ਆ, ਫਿਰ ਮਜ਼ਦੂਰ ਪੀੜਤ ਆ, ਫਿਰ ਔਰਤਾਂ ਪੀੜਤ ਆ, ਫਿਰ ਘੱਟ ਗਿਣਤੀਆਂ ਪੀੜਤ ਹੈ, ਤੇ ਇਹ ਸਾਰੇ ਜਿਹੜੇ ਪੀੜਤ ਲੋਕ ਆ, ਆਪਾਂ ਨੂੰ ਉਹਨਾਂ ਦੀ ਜਿਹੜੀ ਸਾਰੀਆਂ ਪ੍ਰੋਬਲਮ ਜਾਂ ਉਹਨਾਂ ਨੂੰ ਇਹ ਤੇ ਕਾਂਚੀ ਟੀਵੀ ਤੇ ਇਹਦਾ ਮਤਲਬ ਅਸੀਂ ਇੱਕ ਫੋਕਸਡ ਏਜੰਡਾ ਬਣਾਈਏ, ਅਸੀਂ ਔਨ ਕੈਮਰਾ ਆ। ਹਾਂਜੀ, ਕੈਮਰਾ ਹੀ ਮੈਂ ਕਹਿ ਰਿਹਾ, ਗੱਲ ਬੜੀ ਹੰਬਲ ਤਰੀਕੇ ਨਾਲ ਕਹਿ ਰਿਹਾ ਕਿ 6 ਮਹੀਨੇ ਪਹਿਲਾਂ ਰਾਜ ਬੰਗੜ ਤੁਹਾਡੀ ਤਰ੍ਹਾਂ ਹੀ ਇੱਥੇ ਆਇਆ ਸੀ। ਹਾਂਜੀ, ਉਹ ਮੇਰੇ ਮਿੱਤਰ ਵੀ ਹੈ, ਮੇਰੇ ਉਹ ਜਾਣਦੇ ਸੀ। ਠੀਕ ਹੈ ਜੀ। ਉਹਨਾਂ ਨਾਲ ਵੀ ਗੱਲਬਾਤ ਹੋਈ ਸੀ। ਉਸ ਵੇਲੇ ਵੀ ਅਸੀਂ ਸੁਜੈਸ਼ਨ ਦਿੱਤੇ ਸੀ ਕਿ ਕੋਈ ਬੰਦਾ ਟੈਲੀਵਿਜ਼ਨ ਨਹੀਂ ਚਲਾ ਸਕਦਾ ਜੇਕਰ ਕੋਲੋਂ ਪੈਸੇ ਦੇ ਕੇ ਚਲਾਉਣਾ ਪਵੇ। ਜੇ ਵਿੱਚੋਂ ਅਸੀਂ ਰੋਜ਼ ਇਕੱਠਾ ਕਰੀਏ, ਹੁਣੀ ਖੂਹ ਪੱਟੀਏ ਤੇ ਪਾਣੀ ਪੀਏ, ਇੱਦਾਂ ਨਾ ਕਦੀ ਕੋਈ ਟੈਲੀਵਿਜ਼ਨ ਚੱਲੇ ਆ। ਸਾਡਾ ਸਾਡਾ ਪਹਿਲਾਂ ਏਜੰਡਾ ਹੋਣਾ ਚਾਹੀਦਾ, ਫੋਕਸ ਦਾ ਏਜੰਡਾ ਸਾਡਾ ਕੀ ਆ, ਸਾਡਾ ਮਕਸਦ ਕੀ ਆ, ਫਿਰ ਉਹਨੂੰ ਅਸੀਂ ਕਮਰਸ਼ੀਅਲ ਕਿੱਦਾਂ ਕਰਨਾ। ਹਾਂਜੀ, ਉਹ ਅਸੀਂ ਪੈਸਾ ਕਿੱਥੋਂ ਜਨਰੇਟ ਕਰਨਾ, ਇਹ ਹੋਣਾ ਚਾਹੀਦਾ। ਉਹਦੇ ਵਾਸਤੇ ਸਾਡੇ ਵਰਗੇ, ਮੇਰੇ ਵਰਗੇ ਬਹੁਤ ਹੰਬਲ ਲੋਕ ਜਿਹੜੇ ਆ, ਉਹਨਾਂ ਨੂੰ ਅਸੀਂ ਉਸ ਵੇਲੇ ਸੁਜੈਸ਼ਨ ਕੀਤੀ ਸੀ ਕਿ ਐਡੀਟੋਰੀਅਲ 'ਚ ਤੁਹਾਡੀ ਪਿੱਛੇ, ਥਿੰਕ ਟੈਂਕ 'ਚ ਤੁਹਾਡੀ ਪਿੱਛੇ
ਐਕਚੁਅਲ ਪਰਫਾਰਮੈਂਸ ਸਰਵਿਸਿਜ਼ ਦੇ ਵਿੱਚ ਅਸੀਂ ਤੁਹਾਡੀ ਕੋਈ ਮਦਦ ਕਰ, ਮੈਂ ਤਾਂ ਪੈਸੇ ਦੀ ਤੁਹਾਡੀ ਕੋਈ ਮਦਦ ਨਹੀਂ ਕਰ ਸਕਦਾ, ਪਰ ਤੁਹਾਡੇ ਪ੍ਰੋਗਰਾਮਾਂ 'ਚ ਕਰ ਸਕਦਾ, ਤੁਹਾਨੂੰ ਸੁਜੈਸ਼ਨ ਦੇ ਸਕਦਾ, ਤੁਹਾਡੀ ਹੋਰ ਜਿਹੜੀ ਆਪਣੀ ਤਰੀਕੇ ਦੀ ਮਦਦ ਕਰ ਸਕਦੇ ਆ, ਅਸੀਂ ਤੁਹਾਡੇ ਨਾਲ ਆ। ਮੈਂ ਪਹਿਲਾਂ ਵੀ ਕਿਹਾ ਸੀ, ਹੁਣ ਵੀ ਕਹਿੰਦਾ। ਠੀਕ ਮਗਰ ਸਾਹਿਬ ਕਰ ਰਹੇ ਹਾਂਜੀ ਮੇਰੀ ਵੀ ਅੱਛਾ, ਹੁਣ ਰਹਿ ਗਿਆ ਆਪਣਾ 2 ਮਿੰਟ ਹੀ ਹੈ। ਇਸ ਮਸਲੇ ਤੇ ਮੇਰੀ ਵੀ ਗੱਲਬਾਤ ਕਈ ਵਾਰੀ ਹੋਈ ਹੈ ਹੰਸਰਾਜ ਮੰਗਾ ਜੀ ਨਾਲ, ਰਮੇਸ਼ ਕਲੇਰ ਜੀ ਨਾਲ, ਮਹਿੰਦਰ ਸਿੰਘ ਮੰਟੀ ਜੀ ਨਾਲ। ਭੋਲੀ ਰੰਦਾਵਾ ਜੀ ਮੇਰੇ ਕੋਲ ਘਰ 4 ਘੰਟੇ ਬੈਠ ਕੇ ਗਏ, ਇਸੇ ਦੇ ਉੱਤੇ ਇਸੇ ਗੱਲ ਤੇ ਵਿਚਾਰ ਹੋ ਰਹੀ ਸੀ। ਉਸ ਤੋਂ ਇਲਾਵਾ ਬਲਵੀਰ ਜੀ ਔਰ ਬਾਕੀ ਸਾਰੇ ਸੱਜਣ ਜਿੰਨੇ ਵੀ ਸੱਜਣ ਜੁੜੇ ਆ ਕਾਂਸੀ ਟੀਵੀ ਨਾਲ, ਇਹ ਬੜੀ ਵੱਡਾ ਉਪਰਾਲਾ ਆ ਜਿਹੜਾ ਉਹ ਕਰ ਰਿਹਾ ਹੈ। ਜਿਹੜੀਆਂ ਪ੍ਰੋਬਲਮ ਤੁਸੀਂ ਦੱਸੀਆਂ ਉਹ ਪ੍ਰੈਕਟੀਕਲ ਪ੍ਰੋਬਲਮ ਨੇ। ਮੈਂ ਵੀ ਉਹਨਾਂ ਨੂੰ ਇਹੀ ਸੁਜੈਸ਼ਨ ਦਿੱਤਾ ਸੀ ਕਿ ਜਦੋਂ ਤੱਕ ਅਸੀਂ ਪ੍ਰੋਫੈਸ਼ਨਲ ਨਹੀਂ ਹੁੰਦੇ, ਹਾਂਜੀ, ਔਰ ਆਪਣਾ ਇੱਕ ਏਜੰਡਾ ਬਣਾ ਕੇ ਫੋਕਸ ਨਹੀਂ ਕਰਦੇ, ਆਪਣਾ ਦਾਇਰਾ ਵੱਡਾ ਨਹੀਂ ਕਰਦੇ, ਉਹ ਵੱਡੇ ਦਾਇਰੇ ਸਾਡਾ ਅਸੀਂ ਕੰਪਰੋਮਾਈਜ਼ ਨਹੀਂ ਕਰਾਂਗੇ। ਆਪਣੀ ਪ੍ਰਿੰਸੀਪਲ, ਆਪਣੀਆਂ ਜਿਹੜੀਆਂ ਬੇਸਿਕ ਪਾਲਿਸੀ ਉੱਤੇ ਕੰਪਰੋਮਾਈਜ਼ ਨਹੀਂ ਕਰਨਾ, ਲੇਕਿਨ ਆਪਣਾ ਦਾਇਰਾ ਵੱਡਾ ਕਰਨਾ ਬਹੁਤ ਜ਼ਰੂਰੀ ਆ, ਤਾਂ ਕਿ ਜਿੰਨਾ ਵੀ ਦੇਸ਼ ਦਾ ਤੁਸੀਂ ਫੋਕਸ ਕਰਦੇ ਹੋ ਇੰਡੀਆ ਤੇ, ਇੰਗਲੈਂਡ ਦੇ ਪ੍ਰੋਗਰਾਮ ਵੀ ਦੇ ਰਹੇ ਹੋ ਲੇਕਿਨ ਇੰਡੀਆ ਦੇ ਉੱਤੇ ਮੇਨਲੀ ਫੋਕਸ ਕਰ ਰਹੇ ਹੋ, ਤੇ ਜਿੰਨਾ ਵੀ ਦਲਿਤ, OBC, ਔਰਤਾਂ, ਡਿਪਰਾਈਵਡ, ਜਿੰਨਾ ਵੀ ਪੀੜਤ ਸੈਕਸ਼ਨ ਆ, ਉਹ ਸਾਰੇ ਨੂੰ ਅਗਰ ਹਾਈਲਾਈਟ ਕਰੀਏ ਤਾਂ ਸਾਡਾ ਦਾਇਰਾ ਵੱਡਾ ਹੋ ਸਕਦਾ, ਔਰ ਅਸੀਂ ਇੱਕ ਪ੍ਰੋਫੈਸ਼ਨਲ ਅਪਰੋਚ ਰੱਖ ਕੇ ਇਹਦੇ 'ਚ ਅੱਗੇ ਵੱਧ ਸਕਦੇ ਆ। ਬਹੁਤ ਤੁਹਾਡਾ ਧੰਨਵਾਦ, ਬਹੁਤ ਤੁਹਾਡਾ ਥੈਂਕ ਯੂ। ਇੰਨਾ ਢੇਰ ਸਾਰੀ ਜਾਣਕਾਰੀਆਂ ਮੈਨੂੰ ਦੇਣ ਨੂੰ, ਔਰ ਸਾਡੇ ਦਰਸ਼ਕਾਂ ਨੇ ਵੀ ਦੇਖੀਆਂ ਸੁਣੀਆਂ ਵੀ ਆ, ਔਰ ਤੁਸੀਂ ਸੁਝਾਅ ਵੀ ਦਿੱਤੇ ਨੇ ਤਾਂ ਕਿ ਕਾਂਚੀ ਟੀਵੀ ਜਿਹੜਾ ਮੀਡੀਆ ਇਹ ਇੱਦਾਂ ਹੀ ਚੱਲਦਾ ਰਹੇ, ਵਧੀਆ ਤਰੀਕੇ ਨਾਲ ਚੱਲਦਾ ਰਹੇ। ਦੋਸਤੋ ਤੁਸੀਂ ਵੀ ਇਹਨਾਂ ਦੇ ਸੁਝਾਵਾਂ ਦੇ ਉੱਤੇ ਜੇ ਜਿੱਦਾਂ ਇਹ ਕਹਿੰਦੇ ਨੇ ਅਮਲ ਜ਼ਰੂਰ ਕਰਿਓ, ਔਰ ਹਾਂ ਪਰ ਕਾਂਚੀ ਟੀਵੀ ਦਾ ਜਿਹੜਾ ਸਾਥ ਆ ਉਹ ਬਰਾਬਰ ਦਿੰਦੇ ਰਹੋ, ਕਿਉਂਕਿ ਤੁਹਾਡੇ ਸਹਿਯੋਗ ਨਾਲ, ਉਹ ਤੋਂ ਬਿਨਾਂ ਜੇ ਇਹ ਤੁਹਾਡਾ ਸਹਿਯੋਗ ਨਾ ਹੁੰਦਾ ਤਾਂ ਅੱਜ ਇਹ ਜਿਹੜੇ ਪਤਵੰਤੇ ਸੱਜਣ ਮੇਰੇ ਨਾਲ ਬੈਠੇ ਹੋਣ, ਇਹਨਾਂ ਦੇ ਕੋਲੋਂ ਜੋ ਵੀ ਜਾਣਕਾਰੀਆਂ ਸੀਗੀਆਂ ਆਪਾਂ ਨਹੀਂ ਲੈ ਸਕਦੇ ਸੀ। ਇਸੇ ਦੇ ਨਾਲ ਮੈਨੂੰ ਦਿਓ ਇਜਾਜ਼ਤ, ਮੈਂ ਤੁਹਾਨੂੰ ਮਿਲਾਂਗਾ ਫਿਰ ਕਿਸੇ ਅਗਲੇ ਪ੍ਰੋਗਰਾਮ ਦੇ ਵਿੱਚ। ਇਸੇ ਦੇ ਨਾਲ ਜੈ ਗੁਰਦੇਵ, ਧੰਨ ਗੁਰਦੇਵ, ਜੈ ਭੀਮ, ਜੈ ਭਾਰਤ।